ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ ਉਹਦੇ ਵਿੱਚੋਂ ਅਸੀਂ 52 ਪੌੜੀਆਂ ਦੀ ਵਿਚਾਰ ਅੱਗੇ ਕਰ ਚੁੱਕੇ ਹਾਂ। ਅੱਜ ਤੋਂ 53ਵੀਂ ਪੌੜੀ ਹੈ, ਉਹਦੀ ਵਿਚਾਰ ਅਸੀਂ ਆਰੰਭ ਕਰਨੀ ਹੈ। ਪਰ 53ਵੀਂ ਪੌੜੀ ਨੂੰ ਸਮਝਣ ਦੇ ਲਈ 51 ਤੇ 52 ਪੌੜੀਆਂ ਜਿਹੜੀਆਂ ਗੁਰੂ ਪਾਤਸ਼ਾਹ ਜੀ ਨੇ ਸਨ ਉਹਨਾਂ ਨੂੰ ਰੀਕੈਪ ਕਰਨਾ, ਦੁਬਾਰਾ ਚਿੰਤਨ ਚ ਲਿਆਉਣਾ ਬੜਾ ਜ਼ਰੂਰੀ ਹੈ। ਕਿਉਂਕਿ ਸਿੱਧਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ, ਉਹਦੇ ਸਵਾਲ ਕੇਵਲ ਸਿੱਧਾਂ ਦੇ ਨਹੀਂ, ਹਰ ਜਗਿਆਸੂ ਦੇ ਅੰਦਰ ਪੈਦਾ ਹੋ ਜਾਂਦੇ ਨੇ। ਉਹਨਾਂ ਦਾ ਜਵਾਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਹੇ ਹਨ। ਇਹਨਾਂ ਪੌੜੀਆਂ ਵਿੱਚ ਸੁਣ ਦੀ ਲਗਾਤਾਰ ਗੱਲ ਚੱਲ ਰਹੀ ਹੈ। ਤਕਰੀਬਨ 54 ਨੰਬਰ ਪੌੜੀ ਤੱਕ ਕੁਝ ਵਿਚਾਰਾਂ ਇਸ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਆਪੋ ਵਿੱਚ ਚਲਦੀਆਂ ਹਨ। ਪੌੜੀ ਨੰਬਰ 51 52 ਦੇ ਵਿੱਚ ਸੁਣ ਅਵਸਥਾ ਦੀ ਵਿਆਖਿਆ ਕੀਤੀ ਗਈ ਹੈ। ਸੁਣ ਦੇ ਲਫ਼ਜ਼ੀ ਅਰਥ ਜੋ ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤੇ ਹਨ, ਸੁਣ, ਖਾਲੀ, ਚੇਤਨਤਾ ਰਹਿਤ, ਆਕਾਸ਼, ਅਫੁਰ ਪਰਮੇਸ਼ਰ, ਪ੍ਰਕਿਰਤੀ, ਮਹਾਪਰਲੋ, ਉਹ ਦਸ਼ਾ ਜਦੋਂ ਕੁਝ ਵੀ ਨਹੀਂ ਸੀ, ਧੁਨ, ਸੂਰ, ਇੰਨੇ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਕੀਤੇ ਹਨ। ਜੋ ਸ਼ਬਦ ਰਤਨਾਕਰ ਮਹਾਨ ਕੋਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਸੁਣਦੇ ਗੁਰੂ ਸਾਹਿਬ ਜੀ ਨੇ ਇਹ ਗੱਲ ਸਮਝਾ ਦਿੱਤੀ ਵੀ ਜਦੋਂ ਵਾਹਿਗੁਰੂ ਦੀ ਯਾਦ ਨਾਲ, ਪ੍ਰੇਮ ਨਾਲ, ਪਰਮੇਸ਼ਰ ਦੀ ਬੰਦਗੀ ਨਾਲ, ਸ਼ਬਦ ਨਾਲ ਜੁੜਨ ਦੇ ਨਾਲ ਅੰਤਰ ਆਤਮੇ ਇੱਕ ਅਨੁਭਵ ਹੁੰਦਾ ਹੈ ਕਿ ਪਰਮੇਸ਼ਰ ਹਰ ਘਟ ਵਿੱਚ ਵਿਆਪਕ ਹੈ, ਹਰ ਥਾਂ ਤੇ ਮੌਜੂਦ ਹੈ। ਉਹ ਸੁਣ ਅਵਸਥਾ ਸਾਡੇ ਅੰਦਰ ਵੀ ਹੈ, ਉਹ ਸਾਡੇ ਬਾਹਰ ਵੀ ਹੈ, ਉਹ ਤਿੰਨਾਂ ਲੋਕਾਂ ਵਿੱਚ ਵੀ ਹੈ। ਜਿਹੜੇ ਲੋਕ ਤਿੰਨ ਗੁਣੀ ਮਾਇਆ ਤੋਂ ਪ੍ਰਭਾਵ ਤੋਂ ਉੱਪਰ ਉੱਠ ਜਾਂਦੇ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ, ਉਹ ਫਿਰ ਚੌਥੇ ਪਦ ਵਿੱਚ ਵਿਚਰਦੇ ਹਨ। ਉੱਥੇ ਉਹਨਾਂ ਨੂੰ ਪਾਪ ਜਾਂ ਪੁੰਨ ਇਹਨਾਂ ਦੀਆਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ, ਇਸ ਤੋਂ ਉੱਪਰ ਉੱਠ ਕੇ ਜ਼ਿੰਦਗੀ ਬਤੀਤ ਕਰਦੇ ਨੇ। ਉਹ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੋਗੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਅੱਗੇ ਉਹਨਾਂ ਨੇ ਕਿਹਾ ਵੀ ਅੱਜ ਹਰ ਬੰਦਾ ਇਹ ਗੱਲ ਕਹਿੰਦਾ ਮੈਂ ਸੁਣ ਦੀ ਅਵਸਥਾ 'ਚ ਪਹੁੰਚ ਗਿਆ, ਔਰ ਇਸ ਸੁਣ ਦੀ ਅਵਸਥਾ ਜਾਂ ਦਸੋਂ ਦੁਆਰ ਦੀ ਅਵਸਥਾ ਜਾਂ ਇਹ ਅਵਸਥਾ ਉਹ ਜਹਾਂ ਜਿੱਥੇ ਪਰਮੇਸ਼ਰ ਦਾ ਨੇੜਤਾ ਹੋ ਜਾਂਦੀ ਹੈ, ਇਸ ਅਵਸਥਾ ਦੀ ਹਰ ਬੰਦਾ ਗੱਲ ਕਰਦਾ। ਔਰ ਬਹੁਤ ਸਾਰੇ ਸਾਡੇ ਜਗਿਆਸੂ ਜਿਹੜੇ ਅਸੀਂ ਹਾਂ, ਇਹ ਇਸ ਗੱਲਾਂ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ। ਜੋਗੀ ਵੀ ਸੁਣ ਦੀ ਗੱਲ ਕਰਦੇ ਸਨ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸੁਣ ਦੀ ਗੱਲ ਕੀਤੀ, ਲੇਕਿਨ ਦੋਨਾਂ ਦੀ ਸੁਣ ਵਿੱਚ ਫਰਕ ਸੀ। ਤੋ ਜਿਹੜੀ ਪੌੜੀ ਕੱਲ ਅਸੀਂ ਵਿਚਾਰ ਕੀਤੀ ਵੀ ਹਰ ਕੋਈ ਉਹਦੇ 'ਚ ਕਹੀ ਜਾਂਦਾ ਹੈ ਵੀ ਮੈਂ ਸੁਣ ਅਵਸਥਾ ਵਿੱਚ ਪਹੁੰਚ ਗਿਆ, ਮੈਂ ਸੁਣ ਨੂੰ ਪਾ ਰਿਹਾ ਹੈ, ਮੈਂ ਸੁਣ ਦੇ ਨਾਲ ਰਲ ਗਿਆ। ਕਿ ਗੁਰੂ ਸਾਹਿਬ ਜੀ ਨੇ ਅੱਗੇ ਕਿਹਾ ਵੀ ਅਸਲ ਵਿੱਚ ਉਹ ਜੁੜੇ ਬੰਦੇ ਜਿਹੜੇ ਸੁਣ ਵਿੱਚ ਪਹੁੰਚ ਜਾਂਦੇ ਨੇ, ਉਹ ਹੁੰਦੇ ਕਿਹੋ ਜਿਹੇ ਨੇ ਕਿ ਉਹਨਾਂ ਦੀ ਕੋਈ ਸ਼ਕਲ ਬਦਲ ਜਾਂਦੀ ਹੈ, ਕਿ ਉਹਨਾਂ ਦੀ ਦਿੱਖ ਬਦਲ ਜਾਂਦੀ ਹੈ। ਜਿਹੜੇ ਸੁਣ ਦੇ ਵਿੱਚ ਪਹੁੰਚ ਜਾਂਦੇ ਜੋਗੀਆਂ ਦੇ ਅਨੁਸਾਰ, ਸਿੱਧਾਂ ਦੇ ਅਨੁਸਾਰ, ਹਾਂ ਉਹਨਾਂ ਦੀ ਸ਼ਕਲ ਬਦਲ ਜਾਂਦੀ ਹੈ, ਕਿਉਂਕਿ ਉਹ ਲਗਾਤਾਰ ਸਮਾਧੀ ਵਿੱਚ ਜਾ ਕੇ ਖੀਨ ਹੋ ਜਾਂਦੇ, ਕਮਜ਼ੋਰ ਹੋ ਜਾਂਦੇ ਆ, ਨਿਰਬਲ ਹੋ ਜਾਂਦੇ, ਪੱਥਰ ਵਾਂਗੂ ਜਾਂ ਬਰਫ਼ ਦੇ ਤੋਦੇ ਵਾਂਗੂ ਇੱਕ ਥਾਂ ਤੇ ਪਏ ਰਹਿੰਦੇ ਨੇ। ਉਹਨੂੰ ਸੁਣ ਦੀ ਗੱਲ ਉਹਨਾਂ ਦੀ ਤਾਂ ਬਦਲ ਜਾਂਦੀ ਹੈ, ਭਾਵ ਬਾਹਰਲੀ ਸ਼ਕਲ, ਅੰਦਰਲੀ ਨਹੀਂ।
ਉਹਨਾਂ ਦੀ ਬਾਹਰਲੀ ਸ਼ਕਲ ਬਦਲਦੀ ਹੈ, ਅੰਦਰਲੀ ਨਹੀਂ ਬਦਲਦੀ। ਪਰ ਗੁਰਮਤਿ ਵਿੱਚ ਅੰਦਰਲੀ ਸ਼ਕਲ ਬਦਲਦੀ ਹੈ, ਬਾਹਰਲੀ ਨਹੀਂ ਬਦਲਦੀ। ਫਰਕ ਇਹ ਹੈ, ਅੰਦਰਲਾ ਬਦਲਦਾ ਹੈ। ਗੁਰੂ ਸਾਹਿਬ ਜੀ ਨੇ ਕੱਲ ਗੱਲ ਸਮਝਾਈ ਸੀ ਵੀ ਅਨਹਤ ਸੁਨ ਰਤੇ ਸੇ ਕੈਸੇ, ਤੇ ਅੱਗੋਂ ਮਹਾਰਾਜ ਨੇ ਜਵਾਬ ਦਿੱਤਾ, ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਵੀ ਕਿ ਭੇਦ ਨਾ ਜਾਣਿਓ, ਉਹ ਸਾਈਂ ਵਰਗੇ ਹੋ ਗਏ। ਸਾਈਂ ਨਹੀਂ ਬਣੇ, ਸਾਈਂ ਵਰਗੇ ਹੋ ਗਏ। ਖਿਆਲ ਕਰਨਾ, ਸਾਈਂ ਵਰਗੇ ਤੇ ਸਾਈਂ ਦੇ ਵਿੱਚ ਫਰਕ ਹੈ। ਸਾਈਂ ਕੇਵਲ ਇੱਕੋ ਹੀ ਹੈ, ਤੇ ਸਾਈਂ ਵਰਗੇ ਉਹਦੇ ਗੁਣਾਂ ਨੂੰ ਧਾਰਨਾ ਕਰ ਲਿਆ। ਜਿਹੜੇ ਗੁਣ ਸਾਈਂ ਦੇ, ਉਹ ਗੁਣ ਆ ਗਏ। ਉਹ ਸਾਈਂ ਜੈਸੇ ਹਨ, ਉਸ ਮਾਲਕ ਜੈਸੇ ਹਨ, ਉਹ ਪਰਮੇਸ਼ਰ ਜੈਸੇ ਹਨ, ਜਿੱਥੋਂ ਪੈਦਾ ਹੋਏ ਨੇ। ਜਿਸ ਤੇ ਉਪਜੇ ਤਿਸ ਹੀ ਜੈਸੇ। ਫਿਰ ਕਿਉਂਕਿ ਉਹ ਗੁਣ ਆ ਗਏ, ਪਰਮੇਸ਼ਰ ਜਨਮ ਨਹੀਂ ਲੈਂਦਾ, ਮਰਦਾ ਨਹੀਂ, ਤੇ ਉਹ ਜਿਨ੍ਹਾਂ ਦੇ ਅੰਦਰ ਗੁਣ ਆ ਗਿਆ, ਉਹ ਵੀ ਜਨਮ ਮਰਨ ਤੋਂ ਰਹਿਤ ਹੋ ਗਏ। ਜਿਹੜਾ ਮਨੁੱਖਾ ਜੀਵਨ ਦਾ ਮਕਸਦ ਹੈ, ਮੇਨ ਮਕਸਦ ਵੀ ਇਹੋ ਹੀ ਹੈ ਨਾ, ਵੀ ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਈਏ। ਕਿਉਂਕਿ ਕਈ ਜਨਮ ਤੇ ਕੀਟ ਪਤੰਗਾ, ਕਈ ਜਨਮ, ਆਪਾਂ ਕਿੰਨੀ ਵਾਰੀ ਪ੍ਰਮਾਣ ਪੜਿਆ, ਅਸੀਂ ਕੀੜੇ ਪਤੰਗੇ ਬਣੇ, ਗੱਜ ਬਣੇ, ਮੀਨ ਬਣੇ, ਕੁਰੰਗ ਬਣੇ, ਪੰਖੀ ਬਣੇ, ਸੱਪ ਬਣੇ, ਕਈ ਜਨਮ ਲੰਘ ਗਏ। ਅਖੀਰ ਕਹਿੰਦੇ ਪਾਤਸ਼ਾਹ ਮਿਲ ਜਗਦੀਸ਼ ਮਿਲਨ ਕੀ ਬਰੀਆ, ਸ੍ਰਿੰਕਾਲ ਤੇ ਦੇਸ਼ ਦਰਿਆ। ਤੇ ਮਿਲਣ ਦਾ ਸਮਾਂ ਹੈ, ਮਿਲ ਉਸ ਮਾਲਕ ਨੂੰ, ਪਰਮੇਸ਼ਰ ਨੂੰ ਹੁਣ ਮਿਲਣਾ ਹੈ। ਕਿਉਂਕਿ ਚਿਰਾਂ ਬਾਅਦ ਇਹ ਦੇਹੀ ਪ੍ਰਾਪਤ ਹੋਈ ਹੈ। ਹੁਣ ਉਹਦੇ ਵਿੱਚ ਭੇਦ ਹੋਣ ਦਾ ਸਮਾਂ ਹੈ। ਹੁਣ ਜਨਮ ਮਰਨ ਦਾ ਤਾਣਾ ਖਤਮ ਕਰਨ ਦਾ ਤਣਾ ਹੈ। ਪਰ ਹੁੰਦਾ ਕੀ ਹੈ, ਸਾਡੀ ਗੁਣਾਂ ਨਾਲੋਂ ਪ੍ਰੀਤ ਟੁੱਟਦੀ ਰਹਿੰਦੀ ਹੈ, ਔਗੁਣਾਂ ਨਾਲ ਜੁੜੀ ਰਹਿੰਦੀ ਹੈ। ਤੇ ਇਸ ਕਰਕੇ ਅਸੀਂ ਮੁੜ ਕੇ ਜਨਮ ਮਰਨ ਦੇ ਚੱਕਰ 'ਚ ਪਏ ਰਹਿੰਦੇ ਹਾਂ। ਪਰ ਗੁਰਮਤਿ ਇਹ ਕਹਿੰਦੀ ਹੈ ਵੀ ਜਿਹੜੇ ਅਨਹਤ ਸੁਣ ਵਿੱਚ ਹਨ, ਉਸ ਮਾਲਕ ਵਰਗੇ ਨੇ, ਤੇ ਉਹ ਨਾ ਜੰਮਦੇ ਨੇ ਨਾ ਮਰਦੇ ਨੇ, ਨਾ ਆਉਂਦੇ ਹਨ ਨਾ ਜਾਂਦੇ ਹਨ। ਭਾਵ ਉਹਨਾਂ ਦਾ ਇਹ ਚੱਕਰ ਜਿਹੜਾ ਹੈ, ਜਨਮ ਮਰਨ ਫਿਰ ਤਾਨਿਆਂ ਦਾ ਕੰਮ ਖਤਮ ਹੋ ਜਾਂਦਾ। ਉਹਨਾਂ ਦਾ ਹੈ ਜਿਹੜੇ ਗੁਣਾਂ ਨਾਲੋਂ ਪ੍ਰੀਤ ਤੋੜ ਕੇ ਔਗੁਣਾਂ ਨਾਲ ਪ੍ਰੀਤ ਕਰਦੇ ਨੇ, ਉਹ ਦੁਬਾਰਾ ਫਿਰ ਉਸੇ ਹੀ ਜਨਮ ਮਰਨ ਦੇ ਚੱਕਰ 'ਚ ਪਏ ਰਹਿੰਦੇ ਹਨ। ਭਾਵ ਅਸਲ ਪ੍ਰਲੋਕ ਵਿੱਚ ਉਹ ਹਨ ਜਿਹੜੇ ਅਨਹਤ ਸੁਨ ਵਿੱਚ ਰਤੇ ਹੋਏ ਹਨ। ਉਹਨਾਂ ਦਾ ਜਨਮ ਮਰਨ ਕੱਟਿਆ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਨਾ ਮਰਦੇ ਨਾ ਜੰਮਦੇ ਆ, ਨਾ ਆਉਂਦੇ ਆ ਨਾ ਜਾਂਦੇ ਆ। ਤੇ ਨਾਨਕ ਗੁਰਮੁਖ ਮਨ ਸਮਝਾਏ। ਜਿਹੜੇ ਗੁਰੂ ਦੇ ਸ਼ਬਦ ਨਾਲ ਮਨ ਨੂੰ ਪੂਰੀ ਤਰ੍ਹਾਂ ਪਤੀਤ ਜਾਂਦੇ ਹਨ, ਸਮਝਾ ਲੈਂਦੇ ਹਨ, ਉਹਨਾਂ ਦਾ ਇਹ ਚੱਕਰ ਜਿਹੜਾ ਹੈ ਮੁੱਕ ਜਾਂਦਾ ਹੈ। ਔਰ ਉਹ ਜਿਹੜੇ ਗੁਰੂ ਦੀ ਮੱਤ ਲੈ ਕੇ ਉਹਦੇ ਉੱਤੇ ਤੁਰਦੇ ਹਨ। ਹੁਣ ਅੱਗੋਂ ਫਿਰ ਜਿਹੜੀ ਅੱਜ ਦੀ ਪੌੜੀ ਹੈ, ਉਹਦੇ ਵਿੱਚ 52ਵੀਂ ਪੌੜੀ ਨੂੰ ਹੋਰ ਵਿਆਖਿਆ ਕਰਕੇ ਗੁਰੂ ਪਾਤਸ਼ਾਹ ਜੀ ਨੇ ਦੱਸਿਆ। ਆਓ ਪਹਿਲਾਂ ਇਸ ਪੌੜੀ ਨੂੰ ਇੱਕ ਵਾਰੀ ਪੜ੍ਹ ਲਈਏ, ਤਦ ਕਿ ਸਾਨੂੰ ਗੁਰਬਾਣੀ ਦੀ ਸੋਝੀ ਜਿਹੜੀ ਹੈ ਉਹ ਅਰਥਵਾਦ ਕਰਨ ਤੋਂ ਪਹਿਲਾਂ ਇਹ ਸ਼ਬਦਾਂ ਦੀ ਸੋਝੀ ਹੋ ਜਾਏ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਨੌ ਸਰ ਸੋ ਭਰ ਦਸਵੇਂ ਪੂਰੇ, ਤਹ ਅਨਹਤ ਸੁਨ ਵਜਾਵੇਂ ਤੂਰੇ। ਨੌ ਸਰ ਸੁਭਰ ਦਸਵੇਂ ਪੂਰੇ, ਤੈ ਅਨਹਤ ਸੁਨ ਵਜਾਵੇਂ ਤੂਰੇ। ਸਾਚੇ ਰਾਚੇ ਦੇਖ ਹਜ਼ੂਰੇ, ਘਟ ਘਟ ਸਾਚ ਰਿਹਾ ਭਰਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲੈ ਸਚ ਸੋਏ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ
ਖਲੇ ਸਚ ਸੁਏ। ਇਹ ਬੋਲ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਧ ਗੋਸ਼ਟੀ 93ਵੀਂ ਪੌੜੀ ਸਾਹਿਬ ਜੀ ਦੇ ਪਾਵਨ ਅੰਕ 943 ਦੇ ਉੱਤੇ ਇਹ ਬਚਨ ਸੁਸ਼ੋਭਿਤ ਹਨ। ਇਹਦੀ ਜਿਹੜੀ ਦੂਜੀ ਤੁਕ ਹੈ ਉਹਦੇ ਚ ਇੱਕ ਲਫ਼ਜ਼ ਆਇਆ ਤਹ। ਤਹ ਇਹ ਦੱਸਦਾ ਹੈ ਵੀ ਇਹਦੀ ਪਹਿਲੀ ਪੰਕਤੀ ਦੇ ਨਾਲ ਸੰਬੰਧ ਰੱਖਦਾ ਹੈ। ਇਹ ਜਿਹੜੀ ਪਹਿਲੀ ਤੁਕ ਹੈ ਇਹਦਾ ਮਤਲਬ ਉੱਥੇ, ਤਹ ਦਾ ਮਤਲਬ ਉਸ ਜਗ੍ਹਾ ਤੇ, ਜ਼ੈ ਮਤਲਬ ਜਿੱਥੇ। ਇਹਦਾ ਮਤਲਬ ਪਹਿਲੀ ਗੱਲ ਤੇ ਜਿੱਥੇ ਗੱਲ ਸਮਝਾਈ ਹੈ ਵੀ ਜਿਸ ਅਵਸਥਾ ਵਿੱਚ ਨੌ ਗਿਣਤੀ ਹੈ ਜਿਹੜੀਆਂ ਸਰੀਰ ਦੀਆਂ 9 ਗੋਲਕਾਂ ਨੂੰ ਜਿਹਨੂੰ 9 ਦਰਵਾਜ਼ੇ ਵੀ ਕਹਿੰਦੇ ਆ, ਤੇ ਸਰਦਰਸ ਸਰੋਵਰ ਤੇ ਸੁਭਰ ਜਿਹੜੇ ਪੂਰੀ ਤਰ੍ਹਾਂ ਭਰੇ ਹੋਣ, ਨੱਕੋ ਤੱਕ ਭਰ ਜਾਣਾ, ਉੱਤੋਂ ਤੱਕ ਭਰ ਜਾਣਾ, ਉਹਨੂੰ ਕਹਿੰਦੇ ਸੁਭਰ। 9 ਸਰ ਸੁਭਰ ਪਰ ਨਕਾ ਨੱਕ ਭਰੇ ਹੋਏ ਸਰੋਵਰਾਂ ਵਰਗੀਆਂ ਇਹ 9 ਗੋਲਕਾਂ, ਨਕਾ ਨੱਕ ਉੱਤੋਂ ਤੱਕ ਪੂਰੀ ਤਰ੍ਹਾਂ ਗਲੇ ਤੱਕ ਭਰੀਆਂ ਹੋਈਆਂ ਇਹ 9 ਗੋਲਕਾਂ ਸਰੀਰ ਦੀਆਂ। ਸਮਝਣ ਦੀ ਥੋੜੀ ਜਿਹੀ ਲੋੜ ਪਏਗੀ। ਭਾਵ ਉਹਨਾਂ ਸਰੋਵਰਾਂ ਵਰਗੀਆਂ ਗੋਲਕਾਂ ਜਿਨ੍ਹਾਂ ਦੇ ਵਹਿਣ ਰੁਕ ਗਏ ਹਨ, ਹੁਣ ਉਹਦੇ ਚ ਹੋਰ ਚੀਜ਼ ਨਹੀਂ ਪੈ ਸਕਦੀ, ਹੋਰ ਚੀਜ਼ ਦੀ ਲੋੜ ਨਹੀਂ, ਪੂਰੀ ਤਰ੍ਹਾਂ ਭਰ ਗਈਆਂ। ਤੋ 52ਵੀਂ ਪੌੜੀ ਵਿੱਚ ਜੋਗੀਆਂ ਨੇ ਅਨਹਤ ਸੁਣ ਦੀ ਗੱਲ ਪੁੱਛੀ ਸੀ ਵੀ ਅਨਹਤ ਸੁਣ ਕਿਹੜੀ ਹੈ, ਤੇ ਅਨਹਤ ਸੁਣ ਚ ਪਹੁੰਚਿਆ ਕਿਵੇਂ ਜਾਵੇ, ਕਿਵੇਂ ਮੰਨ ਲਈਏ ਕਿ ਉਹ ਅਨਹਤ ਸੁਣ ਵਿੱਚ ਪਹੁੰਚ ਗਿਆ। ਜੋਗੀਆਂ ਨੇ ਇੱਕ ਸਵਾਲ ਕੀਤਾ ਨਾ ਵੀ ਬਾਬਾ ਦੱਸ ਬਈ ਵੀ ਇਹ ਅਨਹਤ ਸੁਣ ਕੀ ਹੈ, ਅਨਹਤ ਸੁਣ ਵਾਲੀ ਅਵਸਥਾ ਕਿਵੇਂ ਬਣ ਜਾਏ, ਉਹ ਅਨਹਤ ਸੁਣ ਵਿੱਚ ਜਿਹੜਾ ਪਹੁੰਚ ਜਾਂਦਾ ਉਹ ਕਿਹੋ ਜਿਹਾ ਹੈ। ਇਹਦੇ ਜਵਾਬ ਕੱਲ ਦੇ ਗੁਰੂ ਪਾਤਸ਼ਾਹ ਦੇ ਰਹੇ ਹਨ, ਪਿਛਲੀ ਪੌੜੀ 'ਚ ਵੀ ਜਵਾਬ ਦਿੱਤੇ ਕਿ ਉਸ ਵਰਗੇ ਜਿੱਥੋਂ ਉਹ ਉਪਜੇ ਸੀ। ਹੁਣ ਅੱਜ ਗੁਰੂ ਪਾਤਸ਼ਾਹ ਜੀ ਦੀ ਇਸ ਗੱਲ ਨੂੰ ਹੋਰ ਸਪਸ਼ਟ ਕਰ ਰਹੇ ਹਨ। ਜੋਗੀਆਂ ਦੀ ਸੁਣ ਕੱਲ ਆਪਾਂ ਵਿਚਾਰ ਥੋੜੀ ਜਿਹੀ ਕੀਤੀ ਸੀ, ਬਾਹਰ ਦੀ ਸੁਣ ਹੈ। ਜੋਗੀਆਂ ਦੀ ਸੁਣ ਬਾਹਰ ਦੀ ਹੈ, ਸਰੀਰ ਦੀ ਸੁਣਤਾ ਤੋਂ ਉਹ ਆਪਣੇ ਆਪ ਨੂੰ ਸੁਣ ਅਵਸਥਾ ਵਿੱਚ ਮੰਨ ਲੈਂਦੇ ਹਨ। ਪਰ ਗੁਰਮਤਿ ਦੀ ਸੁਣ ਕਿਉਂਕਿ ਉਹਨਾਂ ਨਾਲੋਂ ਵੱਖਰੀ ਹੈ, ਇਸ ਕਰਕੇ ਜੋਗੀਆਂ ਨੇ ਸਵਾਲ ਕੀਤਾ ਵੀ ਦੱਸ ਤੇਰੀ ਸੁਣ ਕਿਵੇਂ ਹੁੰਦੀ ਹੈ, ਵੀ ਤੇਰੀ ਸੁਣ ਕਿਹੜੀ ਹੈ, ਤੂੰ ਕਿਹੜੀ ਸੁਣ ਦੀ ਗੱਲ ਕੀਤੀ ਹੈ, ਉਹਦੇ ਵਰਗੇ ਕਿਹੜੇ ਬਣ ਗਏ ਜਿਨ੍ਹਾਂ ਦੀ ਤੂੰ ਗੱਲ ਕੀਤੀ, ਦੱਸ ਬਈ ਉਹਦੇ ਵਰਗੇ ਤੂੰ ਕਿਹਾ, ਉਹਦੇ ਤੁਸੀਂ ਕਿਹਾ ਵੀ ਉਹਦੇ ਵਰਗੇ ਹੋ ਗਏ, ਕਿ ਦੱਸੋ ਫਿਰ ਉਹ ਕਿਹੜੇ ਆ, ਕਿਵੇਂ ਬਣ ਗਏ, ਉਹਨਾਂ ਕੌਣ ਬਣਦਾ ਉਹਦੇ ਵਰਗਾ। ਸਵਾਲ ਹਨ ਜਿਹੜੇ ਜੋਗੀਆਂ ਦੇ ਵਿੱਚੋਂ ਸਵਾਲ ਪੈਦਾ ਹੋ ਰਹੇ ਨੇ ਪੌੜੀਆਂ ਦੇ ਵਿੱਚੋਂ, ਕਿਉਂਕਿ ਅਗਲੀ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਉਹਦੀ ਵਿਆਖਿਆ ਕੀਤੀ ਹੈ। ਅੱਜ ਦੀ ਜਿਹੜੀ ਆਪਾਂ ਵਿਚਾਰ ਕਰਨੀ ਹੈ ਤਾਂ 2 ਸ਼ਬਦ ਹੁੰਦੇ ਜੀ, ਇੱਕ ਆਹਤ ਲਫ਼ਜ਼ ਹੁੰਦਾ ਹੈ, ਇੱਕ ਲਫ਼ਜ਼ ਅਨਹਦ ਹੁੰਦਾ ਹੈ। ਇਹ ਵੀ ਸ਼ਬਦਾਂ ਨੂੰ ਸਮਝਣ ਦੀ ਲੋੜ ਪਏਗੀ ਕਿਉਂਕਿ ਜੋਗ ਮਤ ਤੇ ਗੁਰਮਤ ਦੇ ਮਤ 'ਚ ਫਰਕ ਹੈ। ਆਹਤ ਤੇ ਅਨਹਦ 2 ਪ੍ਰਕਾਰ ਦੇ ਸ਼ਬਦ ਹਨ। ਆਹਤ ਜਾਂ ਆਹਟ ਦਾ ਅਰਥ ਹੈ ਆਵਾਜ਼। ਆਹਟ ਜਾਂ ਆਹਤ ਦਾ ਅਰਥ ਹੈ ਨਵਾਜ਼। ਕਹਿੰਦੇ ਨੇ ਆਹਟ ਆਵਾਜ਼ ਆਈ ਬਾਹਰੋਂ, ਆਹਟ ਅਸੀਂ ਆਮ ਬੋਲੀ 'ਚ ਵੀ ਇਹ ਲਫ਼ਜ਼ ਵਰਤਦੇ ਹਾਂ। ਭਾਵੇਂ ਇਹ ਲਫ਼ਜ਼ ਅੱਜ ਕੱਲ੍ਹ ਵਰਤਣਾ ਘੱਟ ਗਿਆ ਹੈ, ਲੇਕਿਨ ਪੁਰਾਣੇ ਬਜ਼ੁਰਗ ਇਹ ਲਫ਼ਜ਼ ਨੂੰ ਵਰਤਦੇ ਸਨ, ਆਹਟ ਆਵਾਜ਼। ਇਹ ਆਵਾਜ਼ ਦੇਣ ਵਾਲੇ ਜਿਹੜੇ ਸ਼ਬਦ ਨੇ ਉਹਨੂੰ ਆਹਟ ਕਹਿੰਦੇ ਨੇ। ਪਰ ਬਿਨਾਂ ਕਿਸੇ ਆਵਾਜ਼ ਦੇ, ਬਿਨਾਂ ਕਿਸੇ ਆਹਟ ਦੇ, ਬਿਨਾਂ ਕਿਸੇ ਆਪਸੀ ਟਕਰਾਅ ਦੇ ਆਪਣੇ ਆਪ ਮੁਹਾਰੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਅਨਾਹਤ ਕਹਿੰਦੇ ਨੇ। ਅਨਾਹਤ ਦਾ ਅਰਥ ਲਗਾਤਾਰੀ ਰਸ ਆਵਾਜ਼, ਪਰ ਬਿਨਾਂ ਕਿਸੇ ਟਕਰਾਅ ਦੇ।
ਜੋਗੀਆਂ ਦਾ ਥੋੜੀ ਜਿਹੀ ਵਿਚਾਰ ਕੱਲ ਕੀਤੀ ਸੀ ਵੀ ਜੋਗੀ ਕਹਿੰਦੇ ਨੇ ਵੀ ਸਾਡੇ ਜਦੋਂ ਸਵਾਸ ਉੱਪਰ ਨੂੰ ਜਾਂਦੇ ਆ ਤਾਂ ਉਹ ਟਕਰਾਉਂਦੇ ਨੇ, ਟਕਰਾ ਕੇ ਉਹ ਪਾੜਦੇ ਹਨ, ਮਸਤਕ ਨੂੰ ਪਾੜ ਕੇ ਫਿਰ ਆਪਣੀ ਆਖਰੀ ਥਾਂ ਦੇ ਉੱਤੇ ਪਹੁੰਚ ਜਾਂਦੇ ਨੇ। ਭਾਠੀ ਜਿਹਨੂੰ ਲਫ਼ਜ਼ ਵਰਤਦੇ ਆ, ਜਿੱਥੇ ਭਾਠੀ ਦਾ ਮਤਲਬ ਭੱਠੀ ਜਿਹ ਚੋਂ ਰਸ ਚਾਉਂਦਾ ਤੇ ਉਹ ਉਹਨੂੰ ਭਾਠੀ ਲਫ਼ਜ਼ ਵਰਤਦੇ ਆ ਜੋਗੀ। ਇਹ ਨਹੀਂ ਵਿਆਖਿਆ ਮੈਂ ਤਾਂ ਕਰ ਰਿਹਾ ਵੀ ਸਾਨੂੰ ਇਹਦੀ ਪੂਰੀ ਤਰ੍ਹਾਂ ਸਮਝ ਆ ਜਾਏ ਜੋ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਜੋਗੀਆਂ ਦੇ ਮਤ ਤੇ ਸਾਡੇ ਮਤ 'ਚ ਫਰਕ ਕੀ ਸੀ। ਸਿੱਧ ਕਿਹੋ ਜਿਹੇ ਸਵਾਲ ਕਰਦੇ ਤੇ ਗੁਰੂ ਨਾਨਕ ਕਿਹੋ ਜਿਹੇ ਜਵਾਬ ਦਿੰਦੇ ਆ, ਕਿੰਨੇ ਵਿਦਵਤਾ ਭਰੇ ਜਵਾਬ। ਅੱਜ ਦਾ ਕੋਈ PhD ਕਰ ਲਵੇ ਤੇ ਉੱਥੇ ਤੱਕ ਨਹੀਂ ਪਹੁੰਚ ਸਕਦਾ, PhDਆਂ ਛੱਡ ਕੇ 50 PhDਆਂ ਹੋਰ ਕਰ ਲਵੇ ਤਾਂ ਵੀ ਨਹੀਂ ਪਹੁੰਚ ਸਕਦਾ। ਦੁਨਿਆਵੀ ਗਿਆਨ ਲੈ ਸਕਦਾ, ਲੇਕਿਨ ਇਹ ਗਿਆਨ ਜਿਹੜਾ ਬਾਬੇ ਨੇ ਸਾਡੀ ਝੋਲੀ 'ਚ ਪਾਇਆ ਇਹ ਸਾਨੂੰ ਨਹੀਂ ਮਿਲ ਸਕਦਾ। ਅਸੀਂ ਤਾਂ ਜੀ ਵਿਚਾਰ ਕਰਨ ਜੋਗੇ ਵੀ ਨਹੀਂ, ਸਾਨੂੰ ਤਾਂ ਸਮਝ ਵੀ ਨਹੀਂ ਆਉਂਦੀ ਉਸ ਗਿਆਨ ਦੀ ਜਿਹੜਾ ਗਿਆਨ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾ ਦਿੱਤਾ। ਇੰਨੇ ਕਮਾਲ ਦੇ ਜਵਾਬ, ਇੰਨੇ ਕਮਾਲ ਦੀਆਂ ਗੱਲਾਂ, ਸਾਨੂੰ ਤਾਂ ਇਹਦੀ ਸਮਝ ਪੂਰੀ ਵੀ ਨਹੀਂ ਆ ਰਹੀ। ਜਿਹੜੀਆਂ ਗੱਲਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਤੋਂ 550 ਸਾਲ ਪਹਿਲਾਂ ਸਾਨੂੰ ਝੋਲੀ ਵਿੱਚ ਪਾ ਦਿੱਤੀਆਂ ਤੇ ਆਪਣੇ ਆਖਰੀ ਸਮੇਂ ਸਿੱਧਾਂ ਦੇ ਨਾਲ ਹੋਈਆਂ ਗੱਲਾਂ ਜਿਹੜੀਆਂ ਸੀ ਉਹ ਵੀ ਸਾਡੇ ਅੱਗੇ ਰੱਖ ਦਿੱਤੀਆਂ। ਇੰਨੇ ਕਮਾਲ ਦਾ ਗਿਆਨ ਹੈ ਗੁਰੂ ਨਾਨਕ ਪਾਤਸ਼ਾਹ ਦਾ, ਬੜਾ ਡੂੰਘਾ ਅਧਿਐਨ। ਇਹ ਉਹਨੂੰ ਮਿਲ ਸਕਦਾ ਜਿਹੜਾ ਉਹਦੇ ਨਾਲ ਅਭੇਦ ਹੋਇਆ, ਦੂਜਾ ਨਹੀਂ। ਦੂਜੇ ਨੂੰ ਇਹ ਗਿਆਨ ਦਾ ਸਮਝ ਵੀ ਨਹੀਂ ਆਉਂਦੀ। ਤੇ ਗੁਰੂ ਪਾਤਸ਼ਾਹ ਜੀ ਇੱਥੇ ਗੱਲ ਕਰਦੇ ਆ ਵੀ ਜੋਗੀਆਂ ਦੀ ਉਹ ਜਿਹੜੀ ਆਵਾਜ਼ ਵਿੱਚੋਂ, ਉਹ ਆਵਾਜ਼ ਜਿਹੜੀ ਹੈ ਉਹ ਆਵਾਜ਼ ਤੇ ਭਰੋਸਾ ਰੱਖਦੇ ਆ। ਉਹ ਕਹਿੰਦੇ ਫਿਰ ਇੱਕ ਜਦੋਂ ਇਹ ਮਸਤਕ ਨੂੰ ਇੱਥੋਂ ਪਾੜ ਕੇ ਸਵਾਸ ਲੰਘਦਾ ਤਾਂ 10ਵੇਂ ਦੁਆਰ 'ਚ ਜਾ ਕੇ ਟਿਕਦਾ, ਉਹਨਾਂ ਨੂੰ ਭਾਠੀ ਕਹਿੰਦੇ ਨੇ। ਉੱਥੇ ਜਿੱਥੋਂ ਅੰਮ੍ਰਿਤ ਰਸ ਚਾਉਂਦਾ ਉਹਨਾਂ ਦਾ, ਉਸ ਆਵਾਜ਼ ਦੇ ਵਿੱਚ ਫਿਰ ਆਵਾਜ਼ ਆਉਂਦੀ ਹੈ, ਆਵਾਜ਼ ਢੋਲ ਵਰਗੀ ਹੁੰਦੀ ਹੈ ਤੇ ਉਹਦਾ ਆਨੰਦ ਜਿਹੜਾ ਹੈ ਬਸ ਉਹੀ ਸਾਡੀ ਸੁਣ ਅਵਸਥਾ ਹੈ। ਉਹਨਾਂ ਦੀ ਗੱਲ ਯੋਗ ਦਰਸ਼ਨ ਜਾਂ ਯੋਗ ਅਨੁਸਾਰ ਈਸ਼ਵਰ, ਜੀਵ ਤੇ ਪ੍ਰਕਿਰਤੀ, ਕੁਦਰਤ ਇਹ ਅਨਾਦਿ ਹਨ ਜੋਗੀਆਂ ਦੇ ਮਤ ਅਨੁਸਾਰ। ਭਾਵ ਇਹ ਨਾ ਤੋਂ ਬਿਨਾ ਨੇ। ਉਹਨਾਂ ਦੇ ਜੋਗੀਆਂ ਦੀ ਮਤ ਦੀ ਜਿਹੜੀ ਜੋਗੀ ਕਹਿੰਦੇ ਨੇ ਉਹ ਪਰਮਾਤਮਾ ਨੂੰ ਸੰਸਾਰ ਦਾ ਕਰਤਾ ਨਹੀਂ ਮੰਨਦੇ, ਪਰਮੇਸ਼ਰ ਨੂੰ ਸੰਸਾਰ ਦਾ ਕਰਤਾ ਨਹੀਂ ਮੰਨਦੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਸਿਧਾਂਤ ਦਿੱਤਾ, ਜੋਗੀਆਂ ਨਾਲ ਗੱਲ ਕੀਤੀ, ਉਹ ਸਿਧਾਂਤ ਪੂਰੀ ਤਰ੍ਹਾਂ ਈਸ਼ਵਰਵਾਦੀ ਹੈ। ਨਾਸਤਿਕ ਸਿਧਾਂਤ ਨਹੀਂ ਹੈ, ਨਾਸਤਿਕਤਾ ਵਾਲਾ ਨਹੀਂ ਹੈ। ਗੁਰੂ ਨਾਨਕ ਦਾ ਸਿਧਾਂਤ ਈਸ਼ਵਰਵਾਦੀ ਸਿਧਾਂਤ ਹੈ। ਜ਼ਰੂਰੀ ਸਮਝਣ ਦੀ ਨੁਕਤਾ, ਅੱਜ ਅਸੀਂ ਨਾਸਤਿਕਤਾ ਦੀਆਂ ਗੱਲਾਂ ਕਰਦੇ ਹਾਂ ਧਰਮ ਦੇ ਨਾਂ ਦੇ ਉੱਤੇ, ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਈਸ਼ਵਰਵਾਦੀ ਹੈ, ਨਾਸਤਿਕ ਵਾਲਾ ਮਤ ਨਹੀਂ ਹੈ। ਗੁਰਮਤਿ ਅਨੁਸਾਰ ਜਿਹੜੀ ਜੋਗੀਆਂ ਦੀ ਸੁਣ ਹੈ ਇੱਕ ਰਸਮੀ ਜੀ ਸੁਣ ਹੈ, ਭਾਵ ਜਿਹੜੀ ਟੈਂਪਰੇਰੀ ਬਣਦੀ ਹੈ, ਜਿਹੜੀ ਆਵਾਜ਼ਾਂ ਤੋਂ ਨਿਕਲਦੀ ਹੈ, ਸਵਾਸਾਂ ਨਾਲ ਚੱਲਦੀ ਹੈ। ਇਹ ਰਸਮੀ ਸੁਣ ਜਿਹੜੀ ਹੈ ਯੋਗ ਅਭਿਆਸ ਤੋਂ ਪੈਦਾ ਹੁੰਦੀ ਹੈ। ਉਹਨਾਂ ਦੇ ਅਭਿਆਸ ਤੋਂ ਬੜੀ ਮਿਹਨਤ ਕਰਦੇ ਆ। ਪਰ ਗੁਰਮਤਿ ਜਿਹੜੀ ਗੁਰਮਤਿ ਦੂਜੇ ਪਾਸੇ ਹੈ, ਇਹ ਸ਼ਬਦ ਨਾਲ ਸੁਰਤ ਜੋੜਨ ਜਾਂ ਕਹਿ ਲਈਏ ਸੁਰਤ ਵਿੱਚ ਸ਼ਬਦ ਟਿਕਾਉਣ ਨਾਲ, ਅਸੀਂ ਸ਼ਬਦ ਸੁਰਤ ਦਾ ਜਿਹਨੂੰ ਮੇਲ ਕਹਿ ਲੈਂਦੇ ਆ, ਜਿਹੜਾ ਗੁਰਮਤਿ ਦੀ ਜਿਹੜੀ ਫਿਲਾਸਫੀ ਹੈ ਇਹ ਸ਼ਬਦ ਨਾਲ ਸੁਰਤ ਜੋੜਨ ਵਾਲੇ ਆਤਮਿਕ ਯੋਗ ਨੂੰ ਪ੍ਰਵਾਨ ਕਰਦੀ ਹੈ। ਗੁਰਮਤਿ ਆਤਮਿਕ ਯੋਗ ਨੂੰ ਪ੍ਰਵਾਨ ਕਰਦੀ ਹੈ, ਦੂਜੇ ਯੋਗ ਨੂੰ ਪ੍ਰਵਾਨ ਨਹੀਂ ਕਰਦੀ। ਅਸੀਂ ਸਾਡੇ ਗੁਰਦੁਆਰਿਆਂ ਵਿੱਚ ਅਸੀਂ ਕਈ ਵਾਰੀ ਸੱਦ ਕੇ ਉਹਨਾਂ ਨੂੰ ਯੋਗ ਕਰਾਉਂਦੇ ਆ ਤੇ ਸਿਮਰਨ ਦੇ ਨਾਂ ਦੇ ਉੱਤੇ ਜੋਗ ਹੀ ਕਰੀ ਜਾਂਦੇ ਆ। ਤੇ ਸਾਨੂੰ ਗੁਰਮਤਿ ਇਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦੀ। ਗੁਰਮਤਿ ਦੀ ਫਿਲਾਸਫੀ ਹੋਰ ਹੈ। ਗੁਰਮਤਿ ਦੀ ਫਿਲਾਸਫੀ ਆਤਮਿਕ ਯੋਗ ਜਿਹੜਾ ਸ਼ਬਦ ਤੇ ਸੁਰ ਦੇ ਮੇਲ ਦੇ ਵਿੱਚੋਂ ਹੁੰਦਾ, ਉਸ ਗੱਲ ਨੂੰ ਗੁਰਮਤਿ ਨੇ ਪ੍ਰਵਾਨ ਕੀਤਾ। ਤੋ ਉਸ ਯੋਗ ਨੂੰ ਜਦੋਂ ਪ੍ਰਵਾਨ ਕਰਦੀ ਹੈ, ਜਿਹਦੇ ਨਾਲ ਫਿਰ ਅਨਾਹਤ ਅਵਸਥਾ ਜਾਂ ਵਿਸਮਾਦ ਅਵਸਥਾ ਵਿੱਚ ਪਹੁੰਚ ਜਾਈਦਾ ਹੈ। ਜੋਗੀਆਂ ਦੀ ਸੁਣ ਹੋਰ ਹੈ ਤੇ ਗੁਰੂ ਨਾਨਕ ਦੇ ਮਤ ਦੀ ਯੋਗ ਜਿਹੜੀ ਹੈ ਸੁਣ ਹੋਰ ਹੈ। ਗੁਰਮਤਿ ਵਿੱਚ ਸੁਣ ਵਾਹਿਗੁਰੂ ਦਾ ਰੂਪ ਹੈ। ਗੁਰਮਤਿ ਵਿੱਚ ਸੁਣ ਵਾਹਿਗੁਰੂ ਦਾ ਰੂਪ ਹੈ। ਉਹਨਾਂ ਦੀ ਸੁਣ ਵਿੱਚ ਸਰੀਰ ਨੂੰ ਨਿਰਬਲ ਕਰ ਲੈਣਾ, ਕਮਜ਼ੋਰ ਕਰ ਲੈਣਾ, 6-6 ਮਹੀਨੇ ਦੀਆਂ ਸਮਾਧੀਆਂ ਤਲਾ ਲੈਣਾ, ਉਹਨਾਂ ਦੀ ਸੁਣ ਇੱਥੇ ਤੱਕ ਹੈ। ਪਰ ਗੁਰਮਤਿ ਦੀ ਸੁਣ ਜਿਹੜੀ ਹੈ ਉਹ ਵਾਹਿਗੁਰੂ ਦਾ ਰੂਪ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਨਾਲ ਹੀ ਇਹ ਸੁਣ ਵਾਲੀ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ, ਹੋਰ ਸਾਧਨਾ ਨਾਲ ਨਹੀਂ ਹੁੰਦੀ। ਜਿਹੜੇ ਜੋਗੀ ਸਾਧਨ ਕਰਦੇ ਨੇ ਉਹਦੇ ਨਾਲ ਪ੍ਰਾਪਤ ਨਹੀਂ ਹੁੰਦੀ। ਗੁਰਮਤਿ ਇਹ ਗੱਲ ਕਹਿੰਦੀ ਹੈ ਕਿ ਵਾਹਿਗੁਰੂ ਦੇ ਨਾਮ ਨਾਲ ਹੀ ਇਹ ਸੁਣ ਦੇ ਉੱਤੇ ਅਸੀਂ ਪਹੁੰਚੀਦਾ ਹੈ।
ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਉਹਨੂੰ ਅਦ੍ਰਿਸ਼ਟ ਪ੍ਰਭੂ ਜਿਹੜਾ ਹੈ ਉਹਦੀ ਸੇਵਾ ਭਗਤੀ ਕਰਨ ਦੀ ਜਾਚ ਆ ਜਾਂਦੀ ਹੈ। ਅਦ੍ਰਿਸ਼ਟ ਦੀ, ਜਿਹਨੂੰ ਇਹਨਾਂ ਅੱਖਾਂ ਨਾਲ ਅਗੋਚਰ ਦੀ, ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਉਹਦੀ ਹੁਕਮ ਵਿੱਚ ਚੱਲਣ ਦੀ ਜਾਚ ਆ ਜਾਂਦੀ ਹੈ, ਉਹਦੀ ਸੇਵਾ ਭਗਤੀ ਦੀ ਜਾਚ ਆ ਜਾਂਦੀ ਹੈ। ਉਸ ਦੇ ਅੰਦਰ ਗੁਰੂ ਦਾ ਸ਼ਬਦ ਦਿਨ ਰਾਤ ਫਿਰ ਇੱਕ ਰਸ ਅਨਾਹਦ ਵੱਜਦਾ ਰਹਿੰਦਾ ਹੈ, ਤੇ ਉਹ ਆਤਮਿਕ ਹੁਲਾਰੇ ਜਿਹੜੇ ਉਹਨੂੰ ਆਉਂਦੇ ਨੇ ਉਹਨਾਂ ਨੂੰ ਹਮੇਸ਼ਾ ਮਾਣਦਾ ਹੈ। ਤੇ ਇਹ ਸਮਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਇਸ ਭੇਦ ਨੂੰ ਸਮਝ ਲੈਂਦਾ ਹੈ, ਜਿਹੜਾ ਭੇਦ ਗੁਰੂ ਨਾਨਕ ਦੇਵ ਪਾਤਸ਼ਾਹ ਜੋਗੀਆਂ ਨੂੰ ਸਮਝਾ ਰਿਹਾ। ਇਹ ਉਦੋਂ ਹੀ ਹੁੰਦੀ ਹੈ ਅਵਸਥਾ। ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਲਿਖਿਆ ਰਾਮਕਲੀ ਰਾਗ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 903 ਦੇ ਉੱਤੇ। ਕਹਿੰਦੇ ਨੇ, ਲਗਾਤਾਰ ਵੱਜਦਾ ਹੋਇਆ ਸ਼ਬਦ ਅਨਾਹਦ ਜਿਹਨੂੰ ਸ਼ਬਦ ਕਿਹਾ, ਇਹ ਟੁੱਟਦਾ ਨਹੀਂ। ਇਹ ਸੁਣ ਟੁੱਟਣ ਵਾਲੀ ਅਵਸਥਾ ਨਹੀਂ ਹੈ ਜਿਹੜੀ ਸਾਡੀ ਗੁਰਮਤਿ ਦੀ ਸੁਣ ਹੈ। ਇਹ ਹੈ ਅਨਹਦ ਸ਼ਬਦ ਵਜਾ ਦਿਨ ਰਾਤੀ। ਇਹ ਲਗਾਤਾਰ ਵੱਜਣ ਵਾਲਾ ਰਸ ਹੈ, ਤੇ ਰਸ ਵਿੱਚ ਆਉਂਦਾ ਹੀ ਹੈ, ਐਵੇਂ ਉਹ ਚੱਲੇ ਝਰਨੇ ਹਨ। ਇਹ ਰਸ ਕਦੀ ਟੁੱਟਦਾ ਨਹੀਂ ਹੈ। ਅਵਗਤ ਕੀ ਗਤ ਗੁਰਮੁਖ ਜਾਤੀ, ਅਦ੍ਰਿਸ਼ਟ ਪ੍ਰਭੂ ਨੂੰ ਗੁਰਮੁਖੀ ਗੁਰੂ ਦੀ ਸ਼ਰਨ ਪੈ ਕੇ ਦੇਖਦਾ ਹੈ। ਤੋ ਜਾਣੀ ਜਾਂ ਸ਼ਬਦ ਪਛਾਣੀ, ਇਹ ਅਸਲੀ ਸਿਧਾਂਤ ਸੀ। ਵੀ ਕਦੋਂ ਦੇਖਿਆ, ਕਦੋਂ ਸਮਝਿਆ, ਜਦੋਂ ਸ਼ਬਦ ਨਾਲ ਉਹਦੀ ਸਾਂਝ ਬਣ ਗਈ, ਜੋ ਸ਼ਬਦ ਨਾਲ ਪ੍ਰੀਤ ਬਣ ਗਈ। ਹੁਣ ਇੱਥੇ ਗੱਲ ਗੁਰੂ ਸਾਹਿਬ ਜੀ ਨੇ ਕੋਈ ਸਰੀਰ ਦੀ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਕਿ ਸਰੀਰ ਨਾਲ ਜੁੜ ਕੇ ਸੁਣਨ ਦੀ ਅਵਸਥਾ ਨਹੀਂ ਕੀਤੀ। ਸਤਿਗੁਰੂ ਜੀ ਨੇ ਜਿਹੜੀ ਗੱਲ ਕੀਤੀ ਉਹ ਇਹ ਸਮਝਾਈ ਵੀ ਤੋ ਜਾਣੀ ਜਾਂ ਸ਼ਬਦ ਪਛਾਣੀ। ਵੀ ਇਹ ਅਵਸਥਾ ਕਦੋਂ ਬਣੀ, ਜਦੋਂ ਸ਼ਬਦ ਦੀ ਪਛਾਣ ਹੋ ਗਈ, ਸ਼ਬਦ ਨਾਲ ਜੁੜ ਗਿਆ। ਫਿਰ ਕਹਿੰਦੇ ਨੇ ਇੱਕੋ ਰਬ ਰਿਹਾ ਨਿਰਬਾਨੀ। ਫਿਰ ਉਹਨੂੰ ਸਮਝ ਆ ਗਈ ਕਿ ਉਹ ਪਰਮੇਸ਼ਰ ਹੀ ਹਰ ਜਗ੍ਹਾ ਦੇ ਉੱਤੇ ਇੱਕ ਲਗਾਤਾਰ ਵਸਿਆ ਹੋਇਆ ਹੈ। ਇਹ ਗੱਲ ਸਮਝ ਆ ਗਈ। ਫਿਰ ਕਹਿੰਦੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ, ਸੁਨ ਸਮਾਦ ਸਹਿਜ ਮਨ ਰਾਤਾ। ਸੁਨ ਸਮਾਦ ਸਹਿਜ ਮਨ ਰਾਤਾ। ਸੁਨ ਇਹ ਅਵਸਥਾ ਹੁਣ ਕਿੱਥੋਂ ਬਣੀ? ਸ਼ਬਦ ਨਾਲ। ਕਿਉਂਕਿ ਜਿਹਨੇ ਸ਼ਬਦ ਦੀ ਪਛਾਣ ਹੀ ਨਹੀਂ ਕੀਤੀ, ਸ਼ਬਦ ਨਾਲ ਜੁੜਿਆ ਹੀ ਨਹੀਂ, ਜਿਹਨੇ ਸ਼ਬਦ ਨੂੰ ਪਛਾਣਿਆ ਹੀ ਨਹੀਂ, ਜਿਹਨੇ ਸ਼ਬਦ ਪੜ੍ਹਿਆ ਨਹੀਂ, ਸ਼ਬਦ ਗਾਇਆ ਨਹੀਂ, ਸ਼ਬਦ ਵਿਚਾਰਿਆ ਨਹੀਂ, ਸ਼ਬਦ ਨੂੰ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ, ਸ਼ਬਦ ਨੂੰ ਆਪਣੀ ਯਾਦ ਵਿੱਚ ਨਹੀਂ ਲੈ ਕੇ ਗਿਆ, ਉਹ ਸੁਣ ਵਿੱਚ ਕਿਵੇਂ ਪਹੁੰਚ ਜਾਏਗਾ? ਉਹ ਤਾਂ ਸੁਣ ਚ ਪਹੁੰਚ ਨਹੀਂ ਸਕਦਾ। ਸਰੀਰਾਂ ਦਾ ਤਾਂ ਮਸਲਾ ਹੀ ਨਹੀਂ ਸੀ ਹੈਗਾ ਇੱਥੇ। ਇੱਥੇ ਤਾਂ ਆਤਮਿਕ ਆਨੰਦ ਸੀ, ਆਤਮਿਕ ਜੋਗ ਹੈ, ਆਤਮਿਕ ਖੇੜਾ ਹੈ। ਇੱਥੇ ਦੂਜੇ ਸਰੀਰ ਦੂਜੇ ਸੁਣਨ ਦੀ ਗੱਲ ਹੀ ਨਹੀਂ ਗੁਰੂ ਸਾਹਿਬ ਜੀ ਕਰਦੇ, ਸਿੱਧਾ ਨੂੰ ਸਮਝਾ ਰਹੇ ਨੇ ਵੀ ਸਾਡੀ ਸੁਣ ਇਸ ਤਰ੍ਹਾਂ ਦੀ ਹੈਗੀ ਹੈ। ਇਹ ਕਹਿੰਦੇ ਨੇ ਪਰ ਮਿਲਣੀ ਕਦੋਂ ਹੈ? ਜਦੋਂ ਤਜ ਹੋ ਲੋਭਾ, ਹਉਮੈ ਛੱਡ, ਲੋਭ ਛੱਡ। ਇਹ ਜਿਹੜੇ ਸੁਭਰ ਭਰੇ ਦੀ ਗੱਲ ਆਏ ਆ ਨਾ, ਗੁਰੂ ਪਾਤਸ਼ਾਹ ਨੇ ਇਹ ਵੀ ਸਿਧਾਂਤ ਸਾਨੂੰ ਇਹਦੇ 'ਚ ਹੀ ਦਿੱਤਾ। ਤਜ ਕਹਿੰਦੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿਵੇਂ ਮਿਲੇਗੀ? ਤਜ ਹੋ ਲੋਭਾ ਇੱਕੋ ਜਾਤਾ। ਵੀ ਇਹ ਪਹਿਲਾਂ ਤਿਆਗ ਕੇ ਤੇ ਫਿਰ ਇੱਕ ਜਾਤ, ਫਿਰ ਗੱਲ ਬਣਦੀ ਹੈ ਇੱਕੋ ਜਾਤਾ। ਫਿਰ ਕਹਿੰਦੇ ਗੁਰ ਚੇਲੇ ਆਪਣਾ ਮਨ ਮਾਨਿਆ। ਵੀ ਚੇਲੇ ਨੇ ਗੁਰੂ ਦੇ ਸ਼ਬਦ ਨੂੰ ਪੂਰੀ ਤਰ੍ਹਾਂ ਅਪਣਾ ਲਿਆ। ਹੁਣ ਗੁਰੂ ਦਾ ਸ਼ਬਦ ਜਿਹੜਾ ਸੀ, ਚੇਲੇ ਨੇ ਭਾਵ ਸਿੱਖ ਨੇ, ਜਦੋਂ ਸਿੱਖ ਪੂਰੀ ਤਰ੍ਹਾਂ ਗੁਰੂ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ, ਫਿਰ ਕਹਿੰਦੇ ਨੇ ਨਾਨਕ ਦੂਜਾ ਮੇੜ ਸਮਾਨਿਆ। ਫਿਰ ਉਹਦੇ ਅੰਦਰੋਂ ਦੂਜਾ ਭਾਵ ਖਤਮ ਹੋ ਕੇ ਉਹਦੇ 'ਚ ਲੀਨ ਹੋ ਜਾਂਦਾ। ਇਹ ਸੁਣ ਅਵਸਥਾ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ। ਪਰ ਜਿਹੜੀ ਸਿੱਧਾਂ ਦੀ ਗੱਲ ਸੀ, ਜਿਹੜੇ ਉਹ ਗੱਲ ਕਰਦੇ ਆ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਹੜੇ ਵਾਹਿਗੁਰੂ ਨਾਲ ਭੇਦ ਹੋ ਜਾਂਦੇ ਆ, ਉਹ ਵਾਹਿਗੁਰੂ ਦਾ ਰੂਪ ਬਣ ਜਾਂਦੇ ਆ। ਉਹਨਾਂ ਦੀ ਸ਼ਕਲ ਨਹੀਂ ਬਦਲਦੀ, ਵਿਚਾਰ ਬਦਲ ਗਏ, ਉਹਨਾਂ ਦਾ ਜੀਵਨ ਦਾ ਢੰਗ ਬਦਲ ਗਿਆ, ਉਹਨਾਂ ਦੇ ਮਨ ਵਚ ਕਰਮ ਵਿੱਚ ਸੱਚ ਆ ਗਿਆ, ਉਹਨਾਂ ਦੇ ਜੀਵਨ ਦੀ ਹਰ ਸ਼ੈਲੀ ਪਰਮੇਸ਼ਰ ਦੇ ਹੁਕਮ ਵਿੱਚ ਹੈ, ਉਹ ਪਰਮੇਸ਼ਰ ਦਾ ਰੂਪ ਬਣ ਗਏ। ਫਿਰ ਕਹਿੰਦੇ ਅਜਿਹੀ ਅਵਸਥਾ ਵਿੱਚ ਅੰਦਰ ਬਾਹਰ ਜ਼ਰੇ ਜ਼ਰੇ ਪ੍ਰਭੂ ਦੀ ਵਿਆਪਕਤਾ ਹੀ ਪ੍ਰਤੀਤ ਹੁੰਦੀ ਹੈ। ਫਿਰ ਉਹਨੂੰ ਹਰ ਪਾਸੇ ਵਾਹ ਵਾਹ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਹੇ ਮਾਲਕ ਤੂੰ ਹਰ ਥਾਂ ਹਰ ਜਗ੍ਹਾ, ਹਰ ਵਿੱਚ, ਮੇਰੇ ਵਿੱਚ, ਤੇਰੇ ਵਿੱਚ ਨਹੀਂ, ਹਰ ਜਗ੍ਹਾ ਤੇ ਹੁਣ ਬਸ ਪਰਮੇਸ਼ਰ ਹੀ ਹੈ। ਜੋਗੀਆਂ ਵਾਲੀ ਸੁਣ ਅਵਸਥਾ ਦਾ ਗੁਰਮਤ ਨਾਲ ਕੋਈ ਮੇਲ ਨਹੀਂ ਹੈ। ਬਾਰ-ਬਾਰ ਇਹ ਗੱਲ ਮੈਂ ਰਿਪੀਟ ਕਰ ਰਿਹਾ, ਜੋਗੀਆਂ ਵਾਲੀ ਸੁਣ ਅਵਸਥਾ ਦਾ ਗੁਰਮਤ ਨਾਲ ਕੋਈ ਮੇਲ ਨਹੀਂ। ਗੁਰੂ ਸਾਹਿਬ ਜੀ ਨੇ ਇਸ ਸੁਣ ਅਵਸਥਾ ਨੂੰ ਗੁਰਬਾਣੀ ਵਿੱਚ ਨਿਰਾ ਪਖੰਡ ਕਿਹਾ। ਜਦੋਂ ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ
ਤਾਂ ਉਹਨਾਂ ਦੀ ਅਵਸਥਾ ਨੂੰ ਗੁਰੂ ਪਾਤਸ਼ਾਹ ਨੇ ਜਿਹੜੀਆਂ ਜੋਗੀਆਂ ਦੀ ਅਵਸਥਾ ਸੁਣਨ ਦੀ ਕਹਿੰਦੇ ਨੇ, ਉਹਨੂੰ ਨਿਰਾ ਪਖੰਡ ਕਿਹਾ ਵੀ ਸਵਾਲ ਜੋਗੀਆਂ ਨੇ ਕੀਤੇ ਸੀ ਵੀ ਸੁਣ ਕਿੱਥੇ ਹੈ, ਕਿਵੇਂ ਹੋਣੀ ਹੈ, ਕਿੱਥੇ ਟਿਕਦੀ ਹੈ, ਕਿਵੇਂ ਇੱਥੇ ਤੱਕ ਪਹੁੰਚ ਗਏ, ਉਹ ਕਿਹਦੇ ਵਰਗੇ ਨੇ। ਤੇ ਗੁਰੂ ਪਾਤਸ਼ਾਹ ਦਾ ਜਵਾਬ ਦੇ ਰਹੇ ਨੇ, ਕਹਿੰਦੇ ਨੇ ਵੀ ਤੁਹਾਡੀ ਸੁਣ ਅਵਸਥਾ ਤਾਂ ਲੋਕਾਂ ਨੂੰ ਠੱਗਣ ਵਾਲੀ ਪਖੰਡ ਹੈ। ਤੁਹਾਡੀ ਸੁਣ ਅਵਸਥਾ ਦੇ ਨਾਲ ਪਰਮੇਸ਼ਰ ਨਾਲ ਪ੍ਰੀਤ ਨਹੀਂ ਬਣ ਸਕਦੀ। ਹੁਣ ਗੁਰੂ ਸਾਹਿਬ ਉਹਨਾਂ ਨੇ ਵੀ ਗੱਲ ਕਹਿੰਦੇ ਨੇ, ਇੰਨਾ ਜੋ ਜਿਗਰਾ ਚਾਹੀਦਾ। ਇਹ ਸ਼ੇਰ ਮਰਦ ਕੋਈ ਇਹੋ ਗੱਲ ਕਰ ਸਕਦਾ ਸਾਹਮਣੇ ਬੈਠ ਕੇ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਜੋਗੀ ਇਕੱਠੇ ਤੇ ਬਾਬਾ ਇਕੱਲਾ ਇੱਕ ਸਰੀਰ ਤੇ ਨਾਲ ਇੱਕ ਸਰੀਰ ਆਪਣਾ ਬਾਬੇ ਦਾ ਤੇ ਨਾਲ ਗੁਰੂ ਪਾਤਸ਼ਾਹ ਜੀ ਆਪਣੇ ਗੁਰਬਾਣੀ ਦਾ ਖਜ਼ਾਨਾ ਲੈ ਕੇ ਪਹੁੰਚੇ ਹੋਏ ਨੇ ਉੱਥੇ ਉਹਨਾਂ ਸਿੱਧਾਂ ਦੇ ਕੋਲ। ਤੇ ਇਕੱਲਾ ਸ਼ੇਰ ਸੂਰਮਾ ਹੀ ਹੈ ਨਾ, ਜਿਹਨੂੰ ਸਿੰਘ ਕਿਹਾ ਸੀ ਭਾਈ ਗੁਰਦਾਸ ਜੀ ਨੇ ਵੀ ਸ਼ੇਰਮਾ ਸਿੰਘ ਗਰਜਿਆ ਕਿਉਂ? ਕਿਉਂਕਿ ਕੱਲਿਆਂ ਇਹਨਾਂ ਦੇ ਵਿੱਚ ਇਕੱਲਾ ਅਸੀਂ ਤਾਂ ਡਰ ਜਾਂਦੇ ਆ ਝੱਟ। ਨਾ ਗੱਲ ਆ, ਮੌਕਾ ਦੇਖ ਕੇ ਗੱਲ ਕਰੀਏ, ਦੇਖ ਲਈ ਇੰਨੇ ਬੰਦੇ ਜ਼ਿਆਦਾ ਆ, ਆਪਾਂ ਨੂੰ ਸੱਚ ਦੀ ਗੱਲ ਨਾ ਹੀ ਕਰੀਏ, ਰੁਕ ਜਾਈਏ। ਪਰ ਬਾਬਾ ਨਹੀਂ ਰੁਕਿਆ। ਬਾਬੇ ਨੇ ਸਿੱਧੀ ਗੱਲ ਕਹੀ ਵੀ ਤੁਹਾਡੀ ਜੋਗ ਜਿਹੜੀ ਆ ਉਹ ਪਖੰਡ ਹੈ। ਤੁਹਾਡੀ ਜੋਗ ਨਾਲ ਪਰਮੇਸ਼ਰ ਨਾਲ ਪ੍ਰੀਤ, ਤੁਹਾਡੀ ਸੁਣ ਨਾਲ ਪਰਮੇਸ਼ਰ ਦੀ ਪ੍ਰੀਤ ਨਾਲ ਪ੍ਰੀਤ ਨਹੀਂ ਬਣ ਸਕਦੀ। ਨਾ ਹੀ ਗੁਰੂ ਸ਼ਬਦ ਵਾਲਾ ਮਹਾਨ ਤੁਹਾਨੂੰ ਰਸ ਆ ਸਕਦਾ ਹੈ। ਜਿਹੜਾ ਰਸ ਸ਼ਬਦ ਵਿੱਚ ਆਉਂਦਾ ਹੈ ਉਹ ਮਿਲ ਨਹੀਂ ਸਕਦਾ। ਤੇ ਗੁਰੂ ਸਾਹਿਬ ਜੀ ਨੇ ਇੱਕ ਮਾਰੂ ਰਾਗ ਦੇ ਵਿੱਚ ਬਚਨ ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿੰਦੇ ਨੇ, ਨਿਉਲੀ ਕਰਮ ਭਿਅੰਗਮ ਪਾਠੀ। ਹੁਣ ਇਹ ਥੋੜੀ ਜਿਹੀ ਸਮਝਣ ਦੀ ਵੀ ਲੋੜ ਹੈ। ਨਿਉਲੀ ਕਰਮ ਜਿਹੜੀ ਹੈ, ਇਹ ਨਿਉਲੀ ਕਰਮ ਹੈ ਵੀ ਆਪਣੀਆਂ ਅੰਦਰਾਂ ਨੂੰ ਤੇਜ਼ੀ ਨਾਲ ਘੁਮਾਉਣਾ। ਮੈਂ ਸੰਖੇਪ 'ਚ ਜ਼ਿਕਰ ਕਰਾਂ ਕਿ ਮੇਰੇ ਕੋਲ ਸਮਾਂ ਉਹਨਾਂ ਕਿ ਮੈਂ ਅੱਗੇ ਵਿਚਾਰ ਕਰਨੀ ਹੈ। ਨਿਉਲੀ ਕਰਮ ਹੁੰਦਾ ਜਿਹੜਾ ਅੰਦਰਾਂ ਨੂੰ ਏਦਾਂ ਤੇਜ਼ੀ ਨਾਲ ਘੁਮਾਉਣਾ। ਤੁਸੀਂ ਦੇਖਿਆ ਹੋਵੇਗਾ ਜੋਗ ਦੇ TV ਦੇ ਉੱਤੇ ਜੋਗ ਕਰਦੇ ਬੜੇ ਪ੍ਰਚਲਿਤ ਜੋਗੀ ਨੂੰ ਨਾ ਵੀ ਤੁਸੀਂ ਸਾਰੇ ਜਾਣਦੇ ਹੋ, ਐ ਅੰਦਰਾਂ ਨੂੰ ਘੁਮਾਉਂਦਾ ਉਹ ਇਸ ਤਰ੍ਹਾਂ ਆਪਣੀਆਂ ਨੂੰ, ਜਿਹਨੂੰ ਪ੍ਰਾਣਾਯਾਮ ਦੀ ਗੱਲ ਕਰਦੇ ਨਾ, ਇਉਂ ਘੁਮਾ ਲੈਂਦਾ ਤੇਜ਼ੀ ਨਾਲ ਅੰਦਰਾਂ ਨੂੰ ਘੁਮਾਉਣੀਆਂ ਨਿਉਲੀ ਕਰਮ ਕਹਿੰਦੇ ਆ। ਇਹ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਨਿਉਲੀ ਕਰਮ ਭਿਅੰਗਮ ਪਾਠੀ। ਭਿਅੰਗਮ ਹੁੰਦਾ ਸੱਪ। ਕਹਿੰਦੇ ਨੇ ਜਿਸ ਇਹ ਕਹਿੰਦੇ ਨੇ ਕਿ 3.5 ਚੱਕਰ ਮਾਰ ਕੇ ਕੋ ਕੁੰਡਲੀ ਜਿਹੀ ਬਣੀ ਹੋਈ ਹੈ, ਸੱਪ ਵਾਂਗੂ ਏਦਾਂ ਲਪੇਟਾ ਮਾਰਿਆ ਉਹਨੇ ਨਾੜੀ ਨੂੰ, ਉੱਥੇ ਉਹ ਕਵਾੜ ਜਿਹਾ ਏਦਾਂ ਕਠਨ ਬਣਿਆ, ਉਹ ਟੁੱਟਦਾ ਹੀ ਨਹੀਂ, ਖੁੱਲਦਾ ਹੀ ਨਹੀਂਗਾ। ਜਿੰਨੀ ਜ਼ੋਰ ਦੀ ਸਾਹ ਘੁਮਾਓ, ਜਿੰਨੀ ਜ਼ੋਰ ਦੀ ਉਹ ਚੱਕਰ ਲਾਓ, ਸ਼ਾਇਦ ਉਹ ਕੁੰਡਲਨੀ ਖੁੱਲ ਜਾਏ। ਉਹਨੂੰ ਕੁੰਡਲਨੀ ਵੀ ਕਹਿੰਦੇ ਆ। ਕੁੰਡਲਨੀ ਕਿਉਂਕਿ ਭੁਅੰਗਮ ਸੱਪ ਕੁੰਡਲ ਮਾਰਦਾ ਤੇ ਇਸ ਕਰਕੇ ਉਹਨੂੰ ਕੁੰਡਲਨੀ ਵੀ ਕਹਿੰਦੇ ਨੇ। ਜਿਹੜਾ ਸੁਖਮਨ ਨਾੜੀ ਦੇ ਹੇਠਲੇ ਪਾਸੇ ਹੁੰਦੀ ਉਹ ਜਿਹਨੇ ਕਬਜ਼ਾ ਕਰਕੇ ਕਬਾੜ ਬਣਾ ਕੇ ਆਪਣਾ ਕਬਜ਼ਾ ਕੀਤਾ। ਜੋਗੀਆਂ ਦੇ ਮਤ ਅਨੁਸਾਰ ਗੱਲ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਨੇ ਵੀ ਕਹਿੰਦੇ ਨੇ, ਨਿਉਲੀ ਕਰਮ ਭਿਅੰਗਮ ਪਾਠੀ, ਰੇਚਕ ਕੁੰਭਕ ਪੂਰਨ ਮਨ ਹਾਠੀ। ਸਵਾਹ ਅੰਦਰ ਨੂੰ ਖਿੱਚਣਾ, ਸਾਹ ਉੱਪਰ ਟਿਕਾਉਣਾ, ਤੇ ਫਿਰ ਉੱਤੇ ਤੁਸੀਂ ਆ ਕਹਿੰਦੇ ਹਾਠੀ ਜਿਹੜਾ ਜਿੱਥੋਂ ਤੁਹਾਨੂੰ ਰਸ ਦੀ ਗੱਲ ਕਰਦੇ ਹੋ ਉਹਦੀ ਗੱਲ ਕੀਤੀ ਗੁਰੂ ਪਾਤਸ਼ਾਹ ਜੀ ਨੇ। ਪਖੰਡ ਧਰਮ ਪ੍ਰੀਤ ਨਹੀਂ ਹਰਸਿਓ। ਲੋ ਹੁਣ ਗੁਰੂ ਬਾਤ ਕਰ ਲਓ, ਕਹਿੰਦੇ ਜਿੰਨਾ ਮਰਜ਼ੀ ਇਹ ਕੰਮ, ਇਹ ਪਖੰਡ ਕਰਮ ਨੇ। ਹੁਣ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਾਰੂ ਰਾਗ ਦੇ ਵਿੱਚ, ਸਾਹਿਬ ਜੀ ਦੇ ਪਾਵਨ ਅੰਕ 1043 ਤੇ ਕਹਿੰਦੇ ਨੇ, ਲੋ ਕਰ ਲੋ ਕਰਨ, ਪਖੰਡ ਧਰਮ ਪ੍ਰੀਤ ਨਹੀਂ ਹਰਸਿਓ। ਕਹਿੰਦੇ ਸਾਰਾ ਹੀ ਤੁਹਾਡਾ ਜਿਹੜਾ ਕੀਤਾ ਕੰਮ ਹੈ ਇਹ ਪਖੰਡ ਆ। ਗੁਰ ਸ਼ਬਦ ਮਹਾਰਸ ਪਾਇਆ। ਕਹਿੰਦੇ ਭੋਲਿਓ, ਜਿਹਨੇ ਸ਼ਬਦ ਦਾ ਆਨੰਦ ਨਹੀਂ ਚੱਖਿਆ ਉਹਦੇ ਸਾਰੇ ਕਰਮ ਜਿਹੜੇ ਨੇ ਵਿਅਰਥ ਨੇ, ਪਖੰਡ ਨੇ। ਇੱਕ ਗੁਰੂ ਦਾ ਸ਼ਬਦ ਹੈ ਜਿਹਦੇ ਨਾਲ ਮਹਾਰਸ ਦੀ ਪ੍ਰਾਪਤੀ ਜਿਹੜੀ ਹੁੰਦੀ ਹੈ। ਤੋ ਸੁਣ ਦਾ ਭਾਵ ਫੁਰ ਅਵਸਥਾ ਵਿੱਚ ਟਿਕੇ ਹੋਏ ਮਨੁੱਖ ਦੀ ਜਿਹੜੀ ਗੱਲ ਹੈ, ਉਹ ਜੀਵਨ ਕਿਸ ਤਰ੍ਹਾਂ ਦਾ ਹੁੰਦਾ, ਉਹਨੂੰ ਸੁਣਾਈ ਕੀ ਦਿੰਦਾ ਹੈ, ਇਸ ਬਾਰੇ ਜ਼ਿਕਰ ਤੁਰਿਆ ਆ ਰਿਹਾ ਪਿਛਲੀਆਂ ਪੌੜੀਆਂ ਤੋਂ। ਤੇ ਪਿਛਲੀ ਅੱਜ ਦੀ ਜਿਹੜੀ ਵਿਆਖਿਆ ਆਪਾਂ ਸ਼ੁਰੂ ਕੀਤੀ ਹੈ ਉਹਦੀ ਭੂਮਿਕਾ ਹੈ। ਹੁਣ ਇਹ ਪਿਛਲੀਆਂ ਪੌੜੀਆਂ ਤੋਂ ਗੱਲ ਤੁਰੀ ਆ ਰਹੀ ਹੈ ਵੀ ਜਿਹੜਾ ਉਹਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਉਹਨੂੰ ਸੁਣਾਈ ਕੀ ਦਿੰਦਾ। ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਫੁਰ ਅਵਸਥਾ ਵਿੱਚ ਦੀ ਆਈ ਹੋਈ ਤਬਦੀਲੀ ਦਾ ਵਰਣਨ ਕੀਤਾ। ਅਫੁਰ ਅਵਸਥਾ ਜਾਂ ਸੁਣ ਅਵਸਥਾ ਦੀ ਆਈ ਹੋਈ ਤਬਦੀਲੀ ਦਾ ਜਿਹੜਾ ਜ਼ਿਕਰ ਹੈ ਉਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਕੀਤਾ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਸਾਡੇ ਇੰਦਰੇ ਹਨ, 9 ਗੋਲਕਾਂ ਹਨ। ਇੰਦਰੇ ਇਹਨਾਂ ਦਾ ਆਪਾਂ ਜਾਣਦੇ ਹੀ ਹਾਂ, ਜਿਹੜੀਆਂ ਸਾਡੀਆਂ 9 ਗੋਲਕਾਂ ਹਨ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ ਸੀ। ਆਨੰਦ ਸਾਹਿਬ ਦੀ ਬਾਣੀ 'ਚ ਵੀ ਪੜ੍ਹਦੇ ਹਾਂ। ਭਾਵ ਸਾਡੇ ਆ ਇੰਦਰੇ ਜਿਹੜੇ ਹਨ, 2 ਅੱਖਾਂ, 2 ਨਾਸਾਂ, ਮੂੰਹ, ਕੰਨ, ਗੁੱਦਾ ਤੇ ਲਿੰਗ, ਇਹ ਸਾਡੇ 9 ਇੰਦਰੇ ਹਨ, ਜਿਨ੍ਹਾਂ ਦੇ ਵਿੱਚ ਮੂਰੀਆਂ ਹਨ। ਇਹ ਕਹਿ ਲਈਏ ਸਰੀਰ ਦੀਆਂ ਮੂਰੀਆਂ 9 ਇੰਦਰੇ ਜਿਹਨੇ ਹਨ, ਇਹ ਆਪਾਂ ਕਹਿ ਲਈਏ। ਗੁਰੂ ਪਾਤਸ਼ਾਹ ਜੀ ਹੁਣ ਕਹਿੰਦੇ ਨੇ ਵੀ ਇੱਥੇ ਜਿਹੜੇ ਇੰਦਰੇ ਨੇ, ਇਹਨਾਂ ਦੇ ਜਿਹੜੇ ਫੁਰਨੇ ਪੈਦਾ ਹੁੰਦੇ ਆ, ਇਹ ਇੰਦਰੀਆਂ ਕਰਕੇ ਹੁੰਦੇ ਆ। ਜਿਹੜੇ ਇਨਸਾਨ ਦੇ ਵਿੱਚ ਫੁਰਨੇ ਪੈਦਾ ਹੁੰਦੇ ਨੇ,
ਉਹ ਇੰਦਰੀਆਂ ਕਰਕੇ ਹੁੰਦੇ ਨੇ। ਤੇ ਹੁਣ ਇੱਥੇ ਗੁਰੂ ਸਾਹਿਬ ਜੀ ਲਿਖਦੇ ਵੀ ਜਿਹੜੇ ਇੰਦਰੇ ਬਾਰ-ਬਾਰ ਫੁਰਨੇ ਪੈਦਾ ਕਰਦੇ ਸੀ, ਇਹ ਜਿਹੜਾ 9 ਸਾਰ ਸੁਭਾਰ 10ਵੇਂ ਪੂਰੇ ਦੀ ਗੱਲ ਹੁਣ ਸਤਿਗੁਰੂ ਜੀ ਨੇ ਸ਼ੁਰੂ ਕੀਤੀ ਹੈ ਵੀ ਜਿਹੜੇ ਇਹ ਬਾਰ-ਬਾਰ ਪੂਰੇ ਇੰਦਰੇ ਫੁਰਨੇ ਪੈਦਾ ਕਰਦੇ ਸੀ, ਲੋੜਾਂ ਦੀ ਲੰਮੀ ਲਿਸਟ ਹਰ ਵੇਲੇ ਤਿਆਰ ਰੱਖਦੇ ਸੀ ਵੀ ਲੋੜਾਂ ਦੀ ਲੰਮੀ ਲਿਸਟ ਫੁਰਨਿਆਂ ਨੇ ਰੱਖਣੀ ਹੈ, ਉਹਨਾਂ ਨੇ ਅੱਗੇ ਦੇਖੀ ਜਾਣਾ, ਲਿਸਟ ਬਣੀ ਜਾਣੀ ਹੈ ਤਿਆਰ ਕਰਕੇ। ਉਹ ਨਾ ਕਹਿੰਦੇ ਨੇ ਜਦੋਂ ਐਡੀਆਂ ਬੜੀਆਂ ਲਿਸਟਾਂ ਤਿਆਰ ਕਰਕੇ ਹਰ ਵੇਲੇ ਮੈਨੂੰ ਤੋਰੀ ਰੱਖਦੇ ਸੀ, ਉਹ ਸਾਰੀ ਲਾਲਸਾ ਮੁੱਕ ਗਈ, ਲਾਲਸਾ ਮੁੱਕ ਗਈ, ਉਹ ਲਾਲਸਾ ਜਿਹੜੀ ਸੀ ਹੁਣ ਖਤਮ ਹੋ ਗਈ। 9 ਸਰਸ ਭਰ ਪੂਰੀ ਤਰ੍ਹਾਂ ਭਰ ਕੇ, ਭਾਵ ਹੁਣ ਇਹਨਾਂ ਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਜੋ ਚੀਜ਼ ਭਰ ਜਾਏ ਤਾਂ ਉਹਦੇ ਤਾਂ ਹੋਰ ਚੀਜ਼ ਨਹੀਂ ਪੈਂਦੀ, ਖਾਲੀ ਚੀਜ਼ 'ਚ ਹੋਰ ਵਸਤੂ ਪਾਉਂਦੇ ਆ ਨਾ ਆਪਾਂ, ਜਦੋਂ ਉੱਤੇ ਤੱਕ ਇਹਦਾ ਨਕਾ ਤੱਕ ਭਰ ਜਾਏ ਫਿਰ ਹੋਰ ਵਸਤੂ ਪੈਣੀ ਨਹੀਂ, ਕਹਿੰਦੇ ਨੇ ਭਰ ਗਏ। ਹੁਣ ਇਹਨਾਂ ਨੂੰ ਹੁਣ ਹੋਰ ਦੀ ਦੁਨਿਆਵੀ ਲਾਲਸਾ ਦੁਨਿਆਵੀ ਖਾਸ਼ਾਂ ਦੀ ਲੋੜ ਨਹੀਂ ਹੈ ਬਿਲਕੁਲ। ਜੇ ਹੁਣ ਅਵਸਥਾ ਦੀ ਗੱਲ ਸ਼ੁਰੂ ਹੋਈ ਨਾ, ਉਹਨਾਂ ਨੇ ਪੁੱਛਿਆ ਵੀ ਕਿਵੇਂ ਦੀ ਬਣਦੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਸਿੱਧਾ ਦਾ ਸਵਾਲ ਸੀ। ਤੇ ਹੁਣ ਗੁਰੂ ਸਾਹਿਬ ਇੱਥੇ ਸਮਝਾਉਂਦੇ ਨੇ ਵੀ ਇਹ ਜਿਹੜੀ ਲਾਲਸਾ ਸੀਗੀਆਂ, ਇਹ ਦਰਵਾਜ਼ੇ ਸੀ 9 ਦੇ, ਇਹ ਪੂਰੀ ਤਰ੍ਹਾਂ ਭਰ ਗਏ, ਇਹਨਾਂ 'ਚ ਹੁਣ ਕੋਈ ਫੁਰਦੇ ਨਹੀਂ। ਸੁਰਤ ਉੱਥੇ ਪਹੁੰਚ ਗਈ ਜਿੱਥੇ ਅਨਹਤ ਸੰਗੀਤ ਸੁਣਦਾ ਹੈ, ਉੱਥੇ ਸੁਰਤ ਪਹੁੰਚ ਗਈ। ਹੁਣ ਤੈ ਅਨਹਤ ਸੁਣ ਬਜਾਵੇ ਤੂਰੇ, ਤੂਰੇ ਦਾ ਅਰਥ ਵਾਜੇ। ਕਿੱਥੇ ਪਹੁੰਚ ਗਈ ਸੁਰਤ? ਜਿੱਥੇ ਲਗਾਤਾਰ ਇੱਕ ਅਨਹਤ ਸੰਗੀਤ ਸੁਣਦਾ, ਨਾ ਟੁੱਟਣ ਵਾਲਾ ਰਸ ਆਉਂਦਾ। ਜਦੋਂ 9 ਇੰਦਰੀਆਂ ਮਨੁੱਖ ਦੇ ਅਧੀਨ ਹੋ ਜਾਂਦੀਆਂ ਹਨ, ਜਦੋਂ ਮਨੁੱਖ ਦੇ ਇਹ 9 ਦਰਵਾਜ਼ਿਆਂ ਦੇ ਉੱਤੇ ਕਾਬੂ ਹੋ ਜਾਂਦਾ ਹੈ, ਜਦੋਂ ਮਨੁੱਖ ਇਹਨਾਂ ਦੇ ਉੱਤੇ ਆਪਣਾ ਕਾਬੂ ਪਾ ਲੈਂਦਾ ਹੈ, ਬੰਦ ਨਹੀਂ ਕਰਨੇ, ਇਹਨਾਂ ਨੂੰ ਕਾਬੂ ਪਾਉਣਾ, ਨੱਕਾ ਤੱਕ ਭਰ ਦੇਣਾ ਬਸ। ਦੁਨੀਆ ਦੀ ਖਾਸ਼ਾ ਤੋਂ, ਰੂਪ ਤੋਂ, ਰੰਗ ਤੋਂ, ਦੌਲਤ ਤੋਂ, ਮਾਇਆ ਤੋਂ, ਇਹ ਵਿਸ਼ੇ ਤੋਂ, ਵਿਕਾਰਾਂ ਤੋਂ, ਕਾਮ ਤੋਂ, ਇਹ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖਣ ਦੀ ਗੱਲ ਕੀਤੀ ਹੈ ਤੇ ਗੁਰੂ ਪਾਤਸ਼ਾਹ ਨੇ। ਨੱਕੋ ਨੱਕ ਭਰ ਜਾਣਾ ਦਾ ਮਤਲਬ ਕੀ ਹੈ ਵੀ ਹੋਰ ਲੋੜ ਨਹੀਂ ਹੈਗੀ। ਹੁਣ ਇਹਨਾਂ ਚੀਜ਼ਾਂ ਦੀ ਹੋਰ ਜਿਹੜੀ ਲੋੜ ਨਹੀਂ ਹੈ। ਇਹ ਜਿਹੜੀਆਂ ਤ੍ਰਿਸ਼ਨਾਵਾਂ ਤੇ ਵਾਸ਼ਨਾਵਾਂ ਸਾਡੇ ਅੰਦਰ ਚੱਲਦੀਆਂ ਸਨ, ਉਹਨਾਂ ਤੋਂ ਬਚਣ ਦੀ ਗੱਲ ਕੀਤੀ, ਉਹਨਾਂ ਨੂੰ ਭਰਨ ਦੀ ਗੱਲ ਕੀਤੀ। ਇੱਥੇ ਗੁਰੂ ਸਾਹਿਬ ਜੀ ਉਹਨਾਂ ਸਮਝਾਉਂਦੇ ਨੇ ਆਪਣੇ ਸਿੱਧਾਂ ਨੂੰ, ਜੋਗੀਆਂ ਨੂੰ, ਇਹ ਮੱਤ ਦਿੰਦੇ ਨੇ ਵੀ ਜਦੋਂ ਇਹ ਸਰੀਰ ਦੇ 9 ਇੰਦਰੇ ਪੂਰੀ ਤਰ੍ਹਾਂ ਭਰ ਜਾਂਦੇ ਆ, ਇਹਨਾਂ ਦੀਆਂ ਲਾਲਸਾਂ ਮੁੱਕ ਜਾਂਦੀਆਂ ਹਨ, ਇੱਥੇ ਲਗਾਤਾਰ ਫਿਰ ਇੱਕ ਰਸ ਅਟੁੱਟ ਆਨੰਦ ਆਉਂਦਾ ਹੈ, ਅੰਦਰ ਪੂਰਾ ਆਨੰਦ ਅੰਦਰ ਬਣ ਜਾਂਦਾ। ਫਿਰ ਕਹਿੰਦੇ ਸਰੀਰ ਦੇ 9 ਦਰਵਾਜ਼ਿਆਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ, ਇਕਾਗਰ ਕਰਕੇ, ਇੱਕ ਚਿੱਤ ਹੋ ਕੇ ਅਦ੍ਰਿਸ਼ਟ ਮੰਡਲ ਪਰਮੇਸ਼ਰ ਦੇ ਵਿੱਚ ਜੋੜਨਾ ਹੀ ਇਹ ਸੁੰਨ ਅਵਸਥਾ ਜਿਹੜੀ ਮਿਲ ਸਕਦੀ ਹੈ। ਜਿਹੜਾ ਪਰਮੇਸ਼ਰ ਦਿਸਦਾ ਨਹੀਂ, ਅਦ੍ਰਿਸ਼ਟ ਮੰਡਲ ਦਾ ਮਤਲਬ ਜਿਹੜਾ ਪਰਮੇਸ਼ਰ ਦਿਸਦਾ ਨਹੀਂ, ਉਹਦੇ ਵਿੱਚ ਜੋੜਨਾ, ਭਾਵ ਸੁਰਤ ਆਪਣਾ ਸ਼ਬਦ ਰਾਹੀਂ, ਸੁਰਤ ਦੇ ਸ਼ਬਦ ਸੁਰਤ ਦਾ ਜਿਹਨੂੰ ਮੇਲ ਅਸੀਂ ਕਹਿੰਦੇ ਆ, ਉੱਥੇ ਪਹੁੰਚਣ ਦੇ ਨਾਲ ਹੀ ਇਹ ਸੁੰਨ ਅਵਸਥਾ ਜਿਹੜੀ ਹੈ ਬਣਦੀ ਹੈ। ਔਰ ਇੱਥੇ ਫਿਰ ਕਹਿੰਦੇ ਨੇ ਸੱਚ ਹੈ ਰਾਚੇ ਦੇਖ ਹਜ਼ੂਰੇ, ਜਿਹੜੀ ਤੀਜੀ ਪੰਕਤੀ ਗੁਰੂ ਪਾਤਸ਼ਾਹ ਨੇ ਚ ਲਿਖੀ ਹੈ। ਆਪੋ ਚ ਕਿੰਨੀਆਂ ਰਿਲੇਟਡ ਪੰਕਤੀਆਂ ਹਨ, ਆਪੋ ਚ ਕਿੰਨੀਆਂ ਰਿਲੇਟਡ ਨੇ। ਪਹਿਲਾਂ ਦੱਸਿਆ ਜਦੋਂ ਭਰ ਜਾਂਦੇ ਨੇ ਹੁੰਦਾ ਕੀ ਹੈ, ਉੱਥੇ 9 ਦਰਵਾਜ਼ੇ ਬੰਦ ਹੋ ਗਏ, ਹੁਣ ਕੀ ਆਨੰਦ ਦੀ ਗੱਲ ਆ ਗਈ। ਹੁਣ ਕਹਿੰਦੇ ਨੇ ਫਿਰ ਕੀ ਸਾਚੇ ਰਾਚੇ, ਉੱਥੇ ਕੀ ਹੈ, ਉਹ ਹਰ ਵੇਲੇ ਫਿਰ ਪਰਮੇਸ਼ਰ ਨੂੰ ਆਪਣੇ ਨਾਲ ਸਮਝਦੇ ਆ। ਦੇਖ ਹਜ਼ੂਰੇ ਦਾ ਮਤਲਬ ਨਾਲ ਹੈ, ਸੱਚ ਨਾਲ ਰੰਗੇ ਰਹਿੰਦੇ ਹਰ ਵੇਲੇ, ਸੱਚ ਦੀ ਗੱਲ ਹੀ ਕਰਦੇ, ਇਹਦਾ ਜੀਵਨ ਹੈ ਹੀ ਸੱਚ। ਹੁਣ ਸੱਚ ਨਾਲ ਰੰਗਿਆ ਜਿਹੜਾ ਬੰਦਾ, ਉਹ ਸੱਚ ਹੀ ਹੋਵੇਗਾ ਨਾ, ਉਹ ਤਾਂ ਝੂਠ ਨਹੀਂ ਹੋ ਸਕਦਾ। ਕੂੜ ਬੰਦਾ, ਕੁੜਿਆਰਾਂ ਦੇ ਕੋਲ ਬੈਠਾ ਕੂੜ ਹੈ, ਲੇਕਿਨ ਸੱਚ ਨਾਲ ਰਚਿਆ ਹੋਇਆ ਬੰਦਾ ਤਾਂ ਸੱਚ ਦੇ ਨਾਲ ਹੀ ਲੀਨ ਰਹਿੰਦਾ ਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉੱਥੇ ਅਵਸਥਾ ਬਣਦੀ ਹੈ। 9 ਦਰਵਾਜ਼ਿਆਂ ਤੋਂ ਭਾਵ ਹੈ ਬਾਹਰ ਮੁਖੀ ਬਿਰਤੀ ਨੂੰ ਮੋੜ ਕੇ ਅੰਦਰ ਵੱਲ ਸਿਮਰਨ ਦੇ ਨਾਲ ਜੋੜਨਾ। 9 ਦਰਵਾਜ਼ਿਆਂ ਦਾ ਭਾਵ ਕੀ ਹੈ ਵੀ ਬਾਹਰ ਮੁਖੀ ਜਿਹੜੇ ਇਹ ਬਿਰਤੀਆਂ ਭੜਕਦੀਆਂ ਨੇ, ਇਹਨਾਂ ਨੂੰ ਮੋੜ ਕੇ ਅੰਦਰ ਵਾਹਿਗੁਰੂ ਦੀ ਯਾਦ ਦੇ ਨਾਲ ਜੋੜਨਾ। ਇੱਥੇ ਸੰਸਾਰੀ ਸੰਗੀਤ, ਤੂਤੀਆਂ ਤੇ ਵਾਜਿਆਂ ਦੀ ਆਵਾਜ਼ ਨਹੀਂ ਆਉਂਦੀ, ਢੋਲਾਂ ਦੀ ਆਵਾਜ਼ ਨਹੀਂ ਆਉਂਦੀ। ਇੱਥੇ ਤਾਂ ਉਹ ਆਵਾਜ਼ ਆਉਂਦੀ ਹੈ ਜਿਹੜੇ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ ਦੀ ਗੱਲ ਕੀਤੀ ਗੁਰੂ ਪਾਤਸ਼ਾਹ ਜੀ ਨੇ। ਇੱਥੇ ਉਸ 5 ਸ਼ਬਦਾਂ ਦੀ ਆਵਾਜ਼, ਮਿੱਠੀ ਆਵਾਜ਼ ਆਉਂਦੀ ਹੈ। ਇੱਥੇ ਬਾਹਰੀਆਂ ਤੂਤੀਆਂ ਜਾਂ ਢੋਲਾਂ ਦੀ ਗੱਲ ਨਹੀਂ ਜਿਹੜੀ ਕੀਤੀ ਤੇ ਜੋਗੀ ਕਹਿੰਦੇ ਨੇ ਉੱਥੇ ਢੋਲ ਦੀ ਆਉਂਦੀ ਹੈ, ਉੱਥੇ ਤੂਤੀ ਦੀ ਆਉਂਦੀ ਹੈ, ਉੱਥੇ ਘੇਰੀ ਦੀ ਆਵਾਜ਼ ਆਉਂਦੀ ਹੈ। ਉੱਥੇ ਪਾਠ ਦੇ ਗੁਰੂ ਸਾਹਿਬ ਕਹਿੰਦੇ ਜਿਹੜੀਆਂ ਤੁਹਾਨੂੰ 5 ਸਾਜ਼ਾਂ ਦੀ ਮਿਲਵੀਂ ਆਵਾਜ਼ ਤੋਂ ਆਨੰਦ ਆਉਂਦਾ, ਮੈਨੂੰ ਤਾਂ ਗੁਰੂ ਦੇ ਸ਼ਬਦ ਵਿੱਚੋਂ ਉਹ ਆਨੰਦ ਜਿਹੜਾ ਉਹ ਆ ਰਿਹਾ ਹੈ। ਮੈਨੂੰ ਹੁਣ ਉਹ ਸ਼ਬਦ ਦੀ ਉਹ ਸੰਗੀਤ, ਮੈਨੂੰ ਸ਼ਬਦ ਦਾ ਸੰਗੀਤ ਜਿਹੜਾ ਉਹਦਾ ਆਨੰਦ ਆ ਰਿਹਾ ਹੈ, ਨਾ ਕਿ ਮੈਨੂੰ ਤੁਹਾਡੀਆਂ ਤੂਤੀਆਂ ਤੇ ਨਗਾਰਿਆਂ ਦੀ ਲੋੜ ਇੱਥੇ ਹੈ। ਇੱਥੇ ਗੁਰੂ ਸਾਹਿਬ ਉਹਨਾਂ ਨੂੰ ਸਿੱਧਾ ਨੂੰ
असली गल समझाते ने भी इत्थे तां घर सुभागे वाली हिरदे का घर सुभाग्या भागां वाला है किहड़ा जिथे वाजे ਅਸੀਂ ਜਿਹੜੀ ਰੋਜ਼ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਹੁਣ ਉਹਦੇ ਪੰਜੇ ਦੂਤ ਵੀ ਵਸ ਹੋ ਗਏ, ਕਾਲ ਦਾ ਡਰ ਵੀ ਮੁੱਕ ਗਿਆ, ਮੌਤ ਦਾ ਡਰ ਵੀ ਖਤਮ ਹੋ ਗਿਆ। ਇਹ ਤਾਂ ਹਜ਼ੂਰ ਪਰਮੇਸ਼ਰ ਦੀ ਆਪਣੀ ਕਲਾ ਵਰਤਦੀ ਹੈ। ਇਹ ਉਹ ਅਵਸਥਾ ਹੈ ਜਿਸ ਮਨੁੱਖ ਨੇ ਆਪਣੀਆਂ 9 ਗਲਕਾਂ ਦੇ ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸਿਓਂ ਆਪਣੇ ਆਪ ਨੂੰ ਮੁਕਤ ਕਰ ਲਿਆ, ਆਪਣੇ ਆਪ ਨੂੰ ਬੰਦ ਕਰ ਲਿਆ। ਉਹਨੇ ਵਿਕਾਰਾਂ ਵੱਲ ਦੌੜਦੇ ਹੋਏ ਮਨ ਨੂੰ ਕਾਬੂ ਵਿੱਚ ਕਰ ਲਿਆ। ਉਹਦੀ ਉੱਚੀ ਸੁਰਤ ਜਿਹੜੀ ਸੀ ਬਣ ਗਈ, ਆਪਣੇ ਅਸਲ ਘਰ ਵਿੱਚ ਉਹਦਾ ਨਿਵਾਸ ਜਿਹੜਾ ਸੀ ਜਾ ਕੇ ਹੋ ਗਿਆ, ਆਪਣੇ ਅਸਲ ਘਰ ਦਾ ਉਹ ਵਾਸੀ ਬਣ ਗਿਆ। ਉੱਥੇ ਇੱਕ ਰਸ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ, ਉਹਦੇ ਬੋਲ ਹੁੰਦੇ ਨੇ, ਉਹ ਆਪਣਾ ਪ੍ਰਭਾਵ ਫਿਰ ਉਹਦੇ ਉੱਤੇ ਪਾਈ ਰੱਖਦੇ ਆ। ਇਹ ਬਚਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਸਮਝਾਏ। ਸਤਿਗੁਰੂ ਜੀ ਦੀ ਬਾਣੀ ਆਉਂਦੀ ਹੈ ਮੱਧ ਰਾਗ ਦੇ ਵਿੱਚ, ਕਹਿੰਦੇ 9 ਦਰ ਠਾਕੇ ਧਾਵਤ ਰਹਾਏ। ਠਾਕੇ ਦਾ ਅਰਥ ਹੁੰਦਾ ਬੰਦ ਕਰ ਦਿੱਤੇ। 9 ਦਰ ਠਾਕੇ ਧਾਵਤ ਦਾ ਅਰਥ ਦੌੜੇ ਹੋਏ, ਜਿਹੜੇ ਬਾਹਰ ਵੱਲ ਨੂੰ ਦੌੜਦੇ ਸੀ ਉਹਨਾਂ ਨੂੰ ਹੁਣ ਬੰਦ ਕਰ ਲਿਆ। 9 ਦਰ ਠਾਕੇ ਧਾਵਤ ਰਹਾਏ, ਦੌੜਦਾ ਹੋਇਆ ਮਨ ਸੀ ਉਹ ਕਾਬੂ ਦੇ ਵਿੱਚ ਆ ਗਿਆ। 10ਵੇਂ ਨਿਜ ਕਰ ਵਾਸਾ ਪਾਏ, ਹੁਣ ਅੰਦਰ ਆਤਮੇ ਉਹ ਟਿਕਿਆ, ਸ਼ਬਦ ਸੁਰਤ ਦਾ ਆਪੋ ਚ ਮੇਲ ਹੋ ਗਿਆ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਜਿਹੜੀ ਆਪਾਂ ਵਿਚਾਰ ਕੀਤੀ ਹੈ ਨਾ, ਉੱਥੇ ਕੀ ਹੈ? ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ। ਹੁਣ ਉੱਥੇ ਅਨਹਦ ਸ਼ਬਦ ਦੇ ਆਨੰਦ ਲੈ ਰਹੇ ਨੇ। ਗੁਰੂ ਪਾਤਸ਼ਾਹ ਕਹਿੰਦੇ ਗੁਰਮਤੀ ਸ਼ਬਦ ਸੁਣਾਵਨਿਆ। ਹੁਣ ਉਹਨੂੰ ਸੁਣਦਾ ਕਿਹਨੂੰ? ਗੁਰੂ ਦੀ ਮੱਤ ਲੈ ਕੇ ਫਿਰ ਉਹ ਸ਼ਬਦ ਦਾ ਆਨੰਦ ਜਿਹੜੇ ਨੇ ਮੰਨਦੇ ਹਨ। ਤੋ ਇਹ ਇੱਕ ਅਵਸਥਾ ਹੈ ਜਿਹੜੀ 9 ਸਰਸ ਭਰ 10ਵੇਂ ਪੂਰੇ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਜੀ ਨੇ। ਫਿਰ ਕਹਿੰਦੇ ਨੇ ਤੈ ਅਨੰਤ ਸੁਨ ਬਜਾਵੇਂ ਤੂਰੇ ਹਨ, ਉੱਥੇ ਇਹ ਵਾਜੇ ਵੱਜਦੇ ਆ ਤੇ ਉਹ ਸਾਚੇ ਨੂੰ ਹਮੇਸ਼ਾ ਨਾਲ ਸਮਝਦੇ ਆ, ਸਾਚਾ ਉਹਨਾਂ ਦੇ ਨਾਲ ਹੈ। ਤੇ ਗੁਰੂ ਸਾਹਿਬ ਜੀ ਜਿਹੜੀ ਗੱਲ ਸਾਨੂੰ ਸਮਝਾਉਂਦੇ ਆ ਵੀ ਸਪਸ਼ਟ ਇਹਦੇ 'ਚ ਦੱਸਦੇ ਵੀ 9 ਦਰਵਾਜ਼ਿਆਂ ਨੂੰ ਕਾਬੂ ਕੀਤਿਆਂ ਬਿਨਾਂ, ਹੁਣ ਜਿਹੜੀ ਗੱਲ ਅਸਲੀ ਸਮਝਣ ਵਾਲੀ ਹੈ ਵੀ 9 ਦਰਵਾਜ਼ਿਆਂ ਨੂੰ ਕਾਬੂ ਕੀਤੇ ਤੋਂ ਬਿਨਾਂ ਆਨੰਦ ਦੀ ਅਵਸਥਾ ਨਹੀਂ ਬਣ ਸਕਦੀ। ਜਿਹੜਾ ਕਹਿੰਦੇ ਨਾ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਫਿਰ ਕਹਿੰਦੇ ਕਿਹੜੀ ਅਵਸਥਾ ਕਿੱਦਾਂ ਬਣਦੀ ਹੈ? ਕਹਿੰਦੇ ਪਹਿਲਾਂ 9 ਦਰਵਾਜ਼ੇ ਬੰਦ ਠਾਕਣੇ ਪੈਣਗੇ। ਜਿੰਨੀ ਦੇਰ ਤੱਕ ਸਰੀਰ ਦੀਆਂ 9 ਗੋਲਕਾਂ ਦੇ ਮਨੁੱਖ ਦਾ ਕਾਬੂ ਨਹੀਂ ਹੈ, ਕੰਟਰੋਲ ਨਹੀਂ ਹੈ, ਉਨੀ ਦੇਰ ਤੱਕ ਇਹ 10ਵੇਂ ਦੀ ਗੱਲ ਨਹੀਂ ਕਰ ਸਕਦਾ, 10ਵੇਂ ਤੱਕ ਨਹੀਂ ਪਹੁੰਚ ਸਕਦਾ। 10ਵੇਂ ਭਾਵ ਉਹ ਆਤਮਿਕ ਆਨੰਦ ਦੇ ਹੁਲਾਰੇ ਨਹੀਂ ਲੈ ਸਕਦਾ। 10ਵਾਂ ਦਾ ਮਤਲਬ ਆਤਮਿਕ ਆਨੰਦ ਦੇ ਹੁਲਾਰੇ ਲੈਣੇ, ਜਿੱਥੇ ਸ਼ਬਦ ਦੀ ਸਲਾਹ ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿਣਾ। ਅੰਤਰ ਆਤਮੇ ਸਾਡੇ ਅੰਦਰ ਉਹ ਸੰਗੀਤ ਜਿਹੜਾ ਸ਼ਬਦ ਦਾ ਆਨੰਦ ਆ ਉਹ ਆਉਂਦਾ ਰਹਿਣਾ। ਤੋ ਜਦ ਤੱਕ ਇਹ 9 ਦਰਵਾਜ਼ੇ ਬੰਦ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਮਨੁੱਖ ਆਨੰਦ ਨਹੀਂ ਲੈ ਸਕਦਾ। ਤੋ ਇੱਕ ਉਦਾਹਰਨ ਦੇ ਤੌਰ ਤੇ ਇੱਕ ਸਾਗਰ ਹੈ, ਇੱਕ ਦਰਿਆ ਲਾ ਲਈਏ। ਦਰਿਆ ਪਾਰ ਕਰਨਾ ਹੈ, ਬੇੜੀ ਸਾਹਮਣੇ ਖੜੀ ਹੈ। ਹੁਣ ਬੇੜੀ ਸਾਡੇ ਕੋਲ ਹੈ, ਦਰਿਆ ਸਾਨੂੰ ਨਜ਼ਰ ਆ ਰਿਹਾ, ਠਾਠਾਂ ਦਰਵਾਜ਼ੀਆਂ ਵਗ ਰਹੀਆਂ ਨੇ, ਦਾ ਪਾਣੀ ਤੇਜ਼ੀ ਨਾਲ ਚੱਲ ਰਿਹਾ ਹੈ। ਪਰ ਬੇੜੀ ਵਿੱਚ ਦੇਖਿਆ ਤਾਂ 9 ਛੇਕ ਨੇ। ਹੁਣ ਬੇੜੀ 'ਚ ਦੇਖਿਆ ਤਾਂ 9 ਛੇਕ ਨੇ। ਛੇਕ ਤਾਂ ਬੇੜੀ ਦਾ ਇੱਕ ਵੀ ਤੁਹਾਨੂੰ ਪਾਰ ਨਹੀਂ ਕਰ ਸਕਦਾ। ਬੇੜੀ ਦੇ ਵਿੱਚ ਤਾਂ ਇੱਕ ਛੋਟਾ ਜਿਹਾ ਛੇਕ ਵੀ ਜਿਹੜਾ ਹੈ ਉਹ ਵੀ ਪਾਣੀ ਜਦੋਂ ਬੇੜੀ 'ਚ ਭਰੇਗਾ ਬੇੜੀ ਡੁੱਬੇਗੀ। ਜਦੋਂ ਪਾਣੀ ਬੇੜੀ 'ਚ ਭਰ ਜਾਏਗਾ ਬੇੜੀ ਡੁੱਬ ਜਾਂਦੀ ਹੈ। ਇਹ ਆਪਾਂ ਮੰਨ ਲਈਏ ਵੀ ਸਾਡੇ ਇੱਕ ਦਰਿਆ ਨੂੰ ਪਾਰ ਕਰਨਾ, ਬੇੜੀ ਸਾਡੇ ਕੋਲ ਹੈ, ਲੇਕਿਨ ਬੇੜੀ ਦੇ ਵਿੱਚ ਫਿਰ 9 ਛੇਕ ਨੇ, ਇੱਕ ਛੇਕ ਵੀ ਨਹੀਂ, 2 ਛੇਕ ਵੀ ਨਹੀਂ। ਹੁਣ ਜਿਹੜਾ ਸਵਾਰ ਕੋਈ ਬੰਦਾ ਇਹਨਾਂ ਛੇਕਾਂ ਨੂੰ ਬੰਦ ਕਰਨ ਤੋਂ ਬਿਨਾਂ ਦਾ ਸਵਾਰ ਹੋ ਜਾਏ, ਚੜ ਜਾ ਬੇੜੀ ਦੇ ਵਿੱਚ, ਫਿਰ ਉਹ ਡੁੱਬੇਗਾ ਹੀ, ਔਰ ਪਾਰ ਤਾਂ ਹੋ ਨਹੀਂ ਸਕਦਾ। ਕਿਉਂਕਿ ਪਾਣੀ ਦੇ ਵਿੱਚ ਜਦੋਂ ਬੇੜੀ 'ਚ ਪਾਣੀ ਭਰਨਾ ਉਹਨੇ ਡੁੱਬਣਾ ਹੀ ਡੁੱਬਣਾ, ਤਰਨਾ ਆਉਂਦਾ ਕੋਈ ਨਹੀਂ, ਤਰਨ ਦਾ ਜੁਗਤੀ ਨਹੀਂ ਆਉਂਦੀ। ਤੇ ਬੇੜੀ ਦੇ ਛੇਕ ਬੰਦ ਨਹੀਂ ਹੋਏ, ਵੜ ਗਿਆ ਬੇੜੀ ਦੇ ਵਿੱਚ। ਇਦਾਂ ਹੀ ਸਰੀਰ ਰੂਪੀ ਬੇੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ। ਇਹ ਸਰੀਰ ਰੂਪੀ ਬੇੜੀ ਦੇ 9 ਛੇਕ ਨਾਲ ਦਿੱਤੇ। ਹੁਣ ਛੇਕ ਬੰਦ ਕਰਨ ਦਾ ਮਤਲਬ ਨਹੀਂ ਇਹਨਾਂ ਨੂੰ ਕੋਈ ਟਾਂਕੇ ਲਾ ਦੇਣੇ ਆ, ਇਹਨਾਂ ਨੂੰ ਬੰਦ ਕਰ ਦੇਣਾ। ਇਹਨਾਂ ਨੂੰ ਦੌੜਦੇ ਹੋਇਆਂ ਨੂੰ ਕਾਬੂ ਵਿੱਚ ਕਰਨਾ, ਅਧੀਨ ਕਰਨਾ ਹੈ। ਇੱਥੇ ਕੋਈ ਟਾਂਕੇ ਲਾਉਣ ਦੀ ਗੱਲ ਨਹੀਂ ਵੀ ਛੇਕ ਬੰਦ ਕਰਨੇ ਜਿਹੜੀ ਬੇੜੀ ਦੇ ਛੇਕਾਂ ਵਾਂਗੂ ਹੋਏਗਾ। ਇੱਥੇ ਸਿਰਫ ਸਮਝਾਉਣ ਦੀ ਗੱਲ ਹੈ। ਦੇਖੋ ਕਦੀ ਦੇਖੀ
ਆਵਾਜ਼ ਵੱਜਦੀ ਹੈ, ਤੂੰਬੀ ਆਪਾਂ ਵਜਾਉਂਦੇ ਆ ਤੇ ਸੁਣਦੀ ਹੈ, ਕਿੰਨੀ ਮਿੱਠੀ ਆਵਾਜ਼ ਕੱਢਦੀ ਹੈ। ਪਰ ਜੇ ਉਹਦੇ 'ਚ ਕਿਤੇ ਰਤੀ ਭਰ ਵੀ ਸੂਈ ਜਿੰਨਾ ਛੇਕ ਹੋ ਜਾਏ ਨਾ, ਉਹਦੀ ਆਵਾਜ਼ ਜਿਹੜੀ ਬੇਸ ਉਹਦੀ ਤਾਂ ਭੱਦੀ ਜਿਹੀ ਹੋ ਜਾਂਦੀ ਹੈ। ਤੇ ਜੇ ਛੇਕ ਥੋੜਾ ਜਿਹਾ ਵੱਡਾ ਹੋ ਜਾਏ ਤੇ ਆਵਾਜ਼ ਆਉਂਦੀ ਨਹੀਂ। ਬਸ ਇਹੋ ਹੀ ਹਾਲ ਹੈ ਸਾਡਾ ਵੀ। ਆ ਸਾਡੀਆਂ 9 ਗੋਲਕਾਂ ਦੇ ਇੱਥੇ ਤਾਂ 9 ਛੇਕ ਨੇ, ਇੱਕ ਹੈ ਹੀ ਨਹੀਂ। 9 ਸਾਰ ਸੁਭਾਰ 10ਵੇਂ ਪੂਰੇ ਦੀ ਗੱਲ ਕੀਤੀ ਗੁਰੂ ਸਾਹਿਬ ਜੀ ਨੇ, ਤਾਂ ਕਹਿੰਦੇ ਇੱਥੇ ਤਾਂ 9 ਛੇਕ ਹੋਏ ਹੋਏ ਆ। ਜਦ ਤੱਕ ਇਹ 9 ਛੇਕ ਜਿਹੜੇ ਬੰਦ ਨਹੀਂ ਹੁੰਦੇ, ਇਹ ਹੋ ਨਹੀਂ ਸਕਦਾ। ਆਪਾਂ ਇਹ ਗੱਲ ਕਰੀਏ ਵੀ 9 ਦਰਵਾਜ਼ੇ ਹਨ ਤੇ ਦਰਵਾਜ਼ੇ ਬੜੇ ਮਜ਼ਬੂਤ ਨੇ। ਇਹਨਾਂ 9 ਦਰਵਾਜ਼ਿਆਂ ਨੂੰ ਤੋੜ ਕੇ ਪਾਰ ਕਰਕੇ ਹੀ 10ਵਾਂ ਦਰਵਾਜ਼ਾ ਮਿਲ ਸਕਦਾ ਹੈ। ਵੀ 9 ਦਰਵਾਜ਼ੇ ਮਜ਼ਬੂਤ ਨੇ ਤੇ ਇਹਨਾਂ 9 ਦਰਵਾਜ਼ਿਆਂ ਨੂੰ ਪਾਰ ਕਰਕੇ, ਇਹਨਾਂ 9 ਦਰਵਾਜ਼ਿਆਂ ਨੂੰ ਤੋੜ ਕੇ ਹੀ 10ਵਾਂ ਦਰਵਾਜ਼ਾ ਜਿਹੜਾ ਮਿਲੇਗਾ। ਕੋਈ ਇਹ ਖਾਸ ਰੱਖੇ ਕਿ ਬਿਨਾ ਮੈਂ ਦਰਵਾਜ਼ੇ 9 ਨੂੰ ਪਾਰ ਕਰਨ ਤੋਂ ਬਿਨਾ 10ਵੇਂ ਤੇ ਪਹੁੰਚ ਜਾਵਾਂ, ਤੇ ਫਿਰ ਗੁਰੂ ਪਾਤਸ਼ਾਹ ਤੇ ਕਹਿੰਦੇ ਐ ਤੇ ਐਵੇਂ ਸ਼ਤੀਰਾਂ ਨੂੰ ਜੱਫੀਆਂ ਪਾਉਣ ਵਾਲੀ ਗੱਲ ਹੈ। ਵੀ ਸ਼ਤੀਰ ਨੂੰ ਜੱਫੀ ਪਾ ਕੇ ਬੰਦਾ ਸਮਝ ਲੈ ਮੈਂ ਤਾਂ ਆਕਾਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਸ਼ਤੀਰ ਨੂੰ ਜੱਫੀ ਪਾ ਲਵੇ ਛੱਤ ਤੇ ਸ਼ਤੀਰ ਨੂੰ, ਤੇ ਬੰਦਾ ਕਹੇ ਮੈਂ ਆਕਾਸ਼ ਕਲਾਵੇ ਵਿੱਚ ਲੈ ਲਿਆ। ਇਹ ਤਾਂ ਉਹੀ ਗੱਲ ਹੋਈ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਵਾਲੀ ਗੱਲ ਹੋ ਗਈ। ਇਹ ਤਾਂ ਗੱਲ ਹੀ ਕਹਾਣੀ ਸਾਰੀ ਵਿਗੜ ਗਈ। ਇਹ ਤਾਂ 7 ਸ਼ਤੀਰਾਂ ਨੂੰ ਜੱਫੀਆਂ ਪਾਉਣ ਵਾਲੀ ਕਹਾਣੀ ਨਹੀਂ ਹੈ ਗੁਰਮਤਿ ਦੀ। ਜੋਗੀ ਸ਼ਤੀਰਾਂ ਨੂੰ ਜੱਫੀਆਂ ਪਾਉਂਦੇ ਸੀ, ਉਹ ਸੁਣ ਤੇ ਪਹੁੰਚ ਗਏ ਤੇ ਕਹਿੰਦੇ ਅਸੀਂ ਲਓ ਜੀ ਸਾਨੂੰ ਪ੍ਰਮਾਤਮਾ ਮਿਲ ਗਿਆ। ਸਾਡੀ ਉਹ ਢੋਲ ਦੀ ਆਵਾਜ਼ ਸਾਨੂੰ ਸੁਣ ਗਈ, ਸਾਹ ਕੱਢ ਲਏ, ਰੋਕ ਲਏ, ਕਰ ਲਏ, ਵਾੜ ਲਏ, ਤੇ ਉਹ ਸਾਧੂ ਹੁਣ ਕਹਿੰਦੇ ਨੇ ਬਸ ਪ੍ਰਮਾਤਮਾ ਮਿਲ ਗਿਆ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੁਹਾਡੀ ਇਹ ਸੋਚ ਜਿਹੜੀ ਗਲਤ ਸੀ। ਜਦੋਂ ਦਰਵਾਜ਼ੇ ਤਦ ਤੱਕ ਗੋਲਕਾਂ ਜਿਹੜੀਆਂ ਨਹੀਂ ਕਾਬੂ ਚ ਆਈਆਂ, ਉਦੋਂ ਤੱਕ ਤਾਂ ਮਿਲ ਹੀ ਨਹੀਂ ਸਕਦਾ। ਤੁਸੀਂ ਤਾਂ ਉਹਨਾਂ ਨੂੰ ਕਾਬੂ ਕੀਤਾ ਨਹੀਂ, ਆਪਣੇ ਸਰੀਰ ਨੂੰ ਨਿਰਬਲ ਕਰਕੇ ਕਮਜ਼ੋਰ ਰੱਖ ਕੇ ਬਹਿ ਗਏ। ਤੇ ਗੁਰੂ ਸਾਹਿਬ ਜੀ ਨੇ ਇੱਕ ਰਾਮਕਲੀ ਵਾਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਪੌੜੀ ਆਉਂਦੀ ਹੈ, ਆਪਾਂ ਉਹਨੂੰ ਸਮਝ ਲਈਏ। ਬੜਾ ਸਮਝਣ ਵਾਲਾ ਜੁਗਤੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਕਹਿੰਦੇ 9 ਦਰਵਾਜ਼ੇ ਕਾਇਆ ਕੋਟ ਹੈ 10ਵੇਂ ਗੁਪਤ ਰਖੀਜੇ। 9 ਦਰਵਾਜ਼ੇ ਕਾਇਆ ਰੂਪੀ ਇਸ ਸਰੀਰ ਕਿਲੇ ਦੇ 9 ਦਰਵਾਜ਼ੇ ਨੇ, 10ਵਾਂ ਗੁਪਤ ਰੱਖਿਆ ਹੋਇਆ। 9 ਦਰਵਾਜ਼ੇ ਆਪਾਂ ਪਿੱਛੇ ਇੱਕ ਕਿਲੇ ਦੀ ਗੱਲ ਕੀਤੀ ਸੀ, ਭਗਤ ਕਬੀਰ ਜੀ ਦਾ ਸ਼ਬਦ ਆਪਾਂ ਉਹਦੇ 'ਚ ਵਿਚਾਰ ਕੀਤੀ ਸੀ ਪਿਛਲੀਆਂ ਪੌੜੀਆਂ ਦੇ ਵਿੱਚ। ਸਿੱਧਾ ਨੂੰ ਜਵਾਬ ਦੇ ਕੇ ਹੁਣ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਵੀ ਇਹ ਜਿਹੜਾ 9 ਦਰਵਾਜ਼ੇ ਕਾਇਆ ਕੋਟ ਹੈ 10ਵੇਂ ਗੁਪਤ ਰਖੀਜੈ, ਬੰਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ। ਲੋਕ ਕਹਿੰਦੇ ਇਹਦੇ ਕਪਾਟ ਤਾਂ ਬੜੇ ਮਜ਼ਬੂਤ ਨੇ, ਦਰਵਾਜ਼ੇ ਹੈ ਬੜੇ ਤਗੜੇ, ਪਰ ਪਿਆਰਿਓ ਇਹ ਗੁਰੂ ਦਾ ਸ਼ਬਦ ਇਦੋਂ ਵੀ ਤਗੜਾ ਜਿਹੜਾ ਸਾਰੇ ਦਰਵਾਜ਼ਿਆਂ ਨੂੰ ਤੋੜ ਦਿੰਦਾ। ਤੇ ਗੁਰੂ ਦਾ ਸ਼ਬਦ ਇੰਨਾ ਤਗੜਾ ਹੈ ਵੀ ਇਹ ਗੁਰ ਸ਼ਬਦ ਖਲੀਜੇ ਹੈ। ਇਹਦੀ ਇੱਕ ਚਾਬੀ ਗੁਰੂ ਦਾ ਸ਼ਬਦ ਹੈ ਇਹਨਾਂ ਦਰਵਾਜ਼ਿਆਂ ਦੀ। ਇਹਨਾਂ ਦਰਵਾਜ਼ਿਆਂ ਨੂੰ ਤੋੜਨ ਦਾ ਸਾਧਨ ਤਾਂ ਗੁਰੂ ਦਾ ਸ਼ਬਦ ਹੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਨੀਜੈ। ਤੇ ਜਦੋਂ ਇਹ ਸ਼ਬਦ ਨਾਲ ਫਿਰ ਗੱਲ ਬਣ ਜਾਂਦੀ ਹੈ, ਲਗਾਤਾਰ ਰਸ ਆਉਂਦਾ ਹੈ ਤੇ ਗੁਰੂ ਦਾ ਸ਼ਬਦ ਸੁਣਦਾ ਹੈ। ਤਿਤ ਘਟ ਅੰਤਰ ਚਾਨਣਾ ਕਰ ਭਗਤ ਮਲੀਜੈ। ਬੰਦਗੀ ਕਰਕੇ ਫਿਰ ਉਹਦੇ ਨਾਲ ਮਿਲਦੇ ਨੇ, ਅੰਦਰ ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ, ਗਿਆਨ ਹੋ ਗਿਆ। ਸਭ ਮੈਂ ਏਕ ਵਰਤਦਾ ਦਿਨ ਆਪੇ ਰਚਨ ਰਚਾਈ। ਗੁਰੂ ਸਾਹਿਬ ਜੀ ਦੀ ਪੌੜੀ ਹੈ ਰਾਮਕਲੀ ਕੀ ਵਾਰ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ। ਕਹਿੰਦੇ ਨੇ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਈ। ਕਹਿੰਦੇ ਸਮਝ ਆ ਗਈ ਵੀ ਉਹ ਸਾਰਿਆਂ 'ਚ ਇੱਕੋ ਪਰਮੇਸ਼ਰ ਹੀ ਹੈ। ਇਹ ਹੈ 9 ਸਰ ਸੁਭਾਰ 10ਵੇਂ ਪੂਰੇ ਦੀ ਗੱਲ ਜਿਹੜੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ। ਹੁਣ ਕਿਤੇ ਸਾਚੇ ਰਾਚੇ ਦੇਖ ਹਜ਼ੂਰੇ ਵੀ 9 ਦਰਵਾਜ਼ੇ ਪਾਰ ਕਰਕੇ 10ਵੇਂ ਵਿੱਚ ਪਹੁੰਚ ਗਿਆ। ਫਿਰ ਕੀ ਹੋਇਆ? ਸਾਹਮਣੇ ਪ੍ਰੀਤਮ ਵੇਖਿਆ। ਫਿਰ ਆਪਣਾ 9 ਪਰ ਦੇਖਿਆ ਨਾ, ਦਰਵਾਜ਼ਾ ਖੁੱਲਿਆ ਤੇ ਸਾਹਮਣੇ ਕੌਣ ਦਿਸਿਆ? ਆਪਣਾ ਪ੍ਰੀਤਮ। ਦੇਖੋ ਕਿੰਨਾ ਖੁਸ਼ਕਿਸਮਤ ਹੈ ਉਹ ਜਿਹਨੇ 9 ਪਾਰ ਕਰਕੇ 10ਵੇਂ ਸਾਹਮਣੇ ਪ੍ਰੀਤਮ ਦੇ ਦੀਦਾਰ ਕਰ ਲਏ। ਤੇ ਸਰੀਰ ਨਹੀਂ ਦਿਸਿਆ। ਇਹ ਨਾ ਵੀ ਸੋਚਣਾ ਉੱਥੇ ਸਰੀਰ ਬੈਠਾ ਸੀ ਪ੍ਰੀਤਮ ਦਾ, ਰੱਬ ਕੋਈ ਆਕਾਰ ਬਣ ਕੇ ਬੈਠਾ, ਰੱਬ ਦਾ ਨਿਰਕਾਰ ਹੈ। ਪ੍ਰੀਤਮ ਦਿਸਿਆ, ਭਾਵ ਉਹਦਾ ਸ਼ਬਦ ਦਾ ਸੁਣਾਈ, ਸ਼ਬਦ ਦਾ ਆਨੰਦ ਉਹਨੂੰ ਆ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ 9 ਦਰਵਾਜ਼ੇ ਪਾਰ ਕਰਕੇ 10ਵੇਂ 'ਚ ਪਹੁੰਚ ਗਿਆ, ਸਾਹਮਣੇ ਪ੍ਰੀਤਮ ਦੇਖਿਆ, ਫਿਰ ਰੰਗਿਆ ਗਿਆ ਉਹਦੇ ਵਿੱਚ। ਹੁਣ ਇਹ ਜਿਹੜੀ ਗੱਲ ਕੀਤੀ ਨਾ ਸਾਚੇ ਰਾਚੇ, ਸਾਚੇ 'ਚ ਰੰਗਿਆ ਗਿਆ। ਦੇਖ ਹਜ਼ੂਰੇ, ਸਾਹਮਣੇ ਦੇਖ ਕੇ ਵੀ ਸਾਹਮਣੇ ਦੇਖਿਆ ਪ੍ਰੀਤਮ ਆ ਦੀਦਾਰ ਕੀਤਾ, ਅੱਖਾਂ 'ਚ ਝੁੰਧਿਆ ਗਈਆਂ। ਕਹਿੰਦਾ ਮੈਂ ਹੁਣ ਤਾਂ ਦਰਸ਼ਨ ਹੀ ਕਿਆ ਕਮਾਲ ਦੀ ਬਾਤ ਹੈ, ਕਿਆ ਆਨੰਦ ਹੈ ਉਹਦਾ। ਕਹਿੰਦਾ ਮੇਰੇ ਤਾਂ ਭਾਗ ਜਾਗ ਪਏ। ਹੁਣ ਬੋਲ ਉੱਠਦਾ ਵੀ ਮਨੁੱਖ ਜਿਹੜਾ 9 ਗੋਲਕਾਂ ਤੇ ਕਾਬੂ ਕਰ ਲੈਂਦਾ। ਕਹਿੰਦਾ ਮੇਰਾ ਤਾਂ ਭਾਗ ਬਣ ਗਿਆ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਮਿਲਾ, ਪਰਮੇਸ਼ਰ ਮਿਲਾ ਦਿੱਤਾ।
गुरु ने तो हुण मैनू शांति का सोमा परमेश्वर ने मिलाता, आनंद बन गया मैनू। असीं तां कहने जी की है जी आनंद जी, बड़ा आनंद जी। काहदे च आनंद जी? कारोबार चंगा चल पिया, रोटी चंगी खा लई, पेट भर के 36 प्रकार का भोजन खा लिया, तुहाडा आनंद उत्थे ही है। ते गुरु साहब तो सानू आनंद होर ही समझाउंदे ने, किहड़ा साचे राचे देख हजूरे की गल करते हैं। असली आनंद है, आनंद सुनो बट भागीओ, ओदी गल कीती है गुरु पातशाह जी ने। इत्थे सतगुरु कहते ने सामने, फिर कहते शांति का सोमा परमेश्वर गुरु ने बुला दिता। हुण कहते गुरु की किरपा नाल अंदर वसदे परमात्मा का दीदार कर लिया। गुरु की किरपा नाल अंदर वसदे परमात्मा का दीदार कर लिया। तो कहते मालका रहमत रखी मेरे ते। हुण तरला कीता गुरु अर्जन देव पातशाह जी ने, कहते ने जदों मैं देख लिया ना, मेरे ते रहमत रखी कि एक पल भी तेरे दर्शना तो हुण किते वांझा ना हो जावां। की मंगिया हुण गुरु साहब जी ने? एक पल भी मैं तेरे दर्शना तो किते वांझा ना हो जावां। सतगुरु कहते माझ राग का शब्द आउंदा ना, भाग होआ गुर संत मिलाया, प्रभ अविनाशी घर मैं पाया, हर हरा स्वामी सेव करी पल चसा न बिछड़ा, जब नानक दास तुम्हारे जियो। कहते हे वाहिगुरु जी मेरे ते कृपा करो कि मैं तेरी सेवा करता रहा, तो एक पल चसा भी तेरे तो ना बिछड़ा। कितना चसा, छोटी जी गल है ना, उन्नी देर भी मेरा तेरी जुदाई ना हो जाए। यह है साचे राचे देख हजूरे। गुरु साहब कहते ने, देखो क्या कमाल दे बोल गुरु साहब जी कहते। बिलावल राग में गुरु अर्जन साहब का एक होर बोल आता है, कहते ने धन धन हमारे भाग, घर आया फिर मेरा। धन धन हमारे भाग, घर आया फिर मेरा। सोहे बंक द्वार सगल बन हरा। बंक द्वार सोहे सोहने, कहते सगल बन खेड़ा आ गया, अंदर हरियावल आ गई। हूँ ये तो मेरा भाग चंगे, धन धन हमारे भाग, घर आया फिर मेरा। वो तो सामने देख लिया हुण मैं। कहते मेरी सेज सोही देख मोही, सगल सगल सहसा दुख हरा। मेरी तो हिरदे की सेजा ही कहते मुबारक हो गई। हुण तां सारे दुख चिंता सब मुक गई। सामने हजूर देख लिया मैं। नानक प्रेम है मेरी आस पूरी, मिले स्वामी अपरंपरा। बेनती करते गुरु नानक पातशाह गुरु अर्जन देव महाराज, कहते मेकी होया, मेरी आस पूरी हो गई। तरले मेरे सी जिहड़े अज सचमुच नतीजे च बदल गए। मैनू स्वामी मिल गया, परंपरा अपहुंच परमेश्वर मेरा दीदार हो गया। यह है जब 9 साल भर जाते हैं। तो सतगुरु जी कहते साचे राचे देख हजूरे, घट घट साज रिहा भरपूरे। हुण पता लग गया, ज्ञान हो गया, यकीन हो गया, भरोसा बन गया कि प्रभु अफुर अवस्था वाला हर घर च वस रहा है। पता लग गया उसदे घड़िया उसदे घड़ियां का कोई टिकाणा नहीं, सब वो घड़े हुए हैं। वो टुटते हैं, घड़े टुट जाएंगे, वो घड़े दी चीज़ां मुक जाएगियां, पर वो विनाशी फिर कदी नहीं जे टुटता। वो विनाशी प्रभु कदी नहीं टुटता। ये गल समझ आ गई। घड़े वो टुट जाते हैं, बनाइया चीज़ां टुट जांदियां हैं, लेकिन विनाशी प्रभु नहीं टुटता। समझ आ गई। घट घट वासी सर्व निवासी, नेरा है ते नेरा, नानक दास सदा शरनागत, हर अमृत सज्जन मेरा। गल समझ आ गई, समझ आ गई। घट घटे वासी सर्व निवासी, अस्थिर जाका थान है, आवे न जावे संगे समावे, पूरन जाका काम है। ये बचन गुरु पातशाह का मारू राग में है, गुरु अर्जन देव जी का। फिर ये कहते घट घट साथ रहा भरपूरे। ये गल जी समझ आ गई। हुण अगे है जी गुरती बाणी प्रगट होए। ये गल थोड़ी फिर समझने वाली है। बाणी तो हुई, गुप्ती बाणी की हुई। हुण ये गल थोड़ा जिहा ध्यान देना पेगा। सतगुरु जी कहते गुप्ती बाणी तो बाणी च फर्क ही है। लफ्ज आ गया गुप्ती बाणी। गुप्ती बाणी तो बाणी च की फर्क है? इत्थे एक गुप्ती बाणी किस प्रथा वरत्या गया शब्द है। प्रगट बाणी तो जो असीं सुणदे हां, जो असीं पढ़दे हां, जो असीं बोलदे हां, असीं कीर्तन करदे हां, ये साडी प्रगट बाणी है। जे सानू पता लगता ना, असीं बोलिया गाया पढ़िया सुनिया वाहिगुरू क्या, जां असीं कीर्तन सुन लिया, ये तो प्रगट बाणी है। पर जदों ये बाणी साडे विचार विच जांदी है, जिहड़ी गल सारी गुप्त बाणी की गल की गुरु पातशाह ने,
ਵੀ ਜਦੋਂ ਇਹ ਬਾਣੀ ਸਾਡੇ ਵਿਚਾਰ 'ਚ ਜਾਂਦੀ ਹੈ ਤਾਂ ਉਸ ਵਿੱਚੋਂ ਜਿਹੜਾ ਗਿਆਨ ਝਲਕ ਮਾਰਦਾ ਉਹਨੂੰ ਗੁਪਤ ਬਾਣੀ ਕਹਿੰਦੇ ਆ। ਉਹ ਗਿਆਨ ਝਲਕਾਰੇ ਮਾਰਦਾ, ਫਿਰ ਉਹਦੇ ਵਿੱਚੋਂ ਜਿਹੜਾ ਗਿਆਨ ਪ੍ਰਗਟ ਹੁੰਦਾ, ਜਿਹੜਾ ਛੁਪਿਆ ਹੋਇਆ ਗਿਆਨ ਹੈ ਇਸ ਬਾਣੀ ਵਿੱਚ, ਉਹਨੂੰ ਗੁਪਤ ਬਾਣੀ ਗੁਰੂ ਪਾਤਸ਼ਾਹ ਜੀ ਨੇ ਉਸ ਵਰਤਿਆ, ਪ੍ਰਗਟ ਹੋ ਗਈ। ਹੁਣ ਗੁਪਤ ਬਾਣੀ ਪਿਆਰ ਕਮਾਲ ਦੇ ਬੋਲਨੇ, ਗੁਪਤੀ ਬਾਣੀ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਜੀ ਗੱਲ ਕਹਿੰਦੇ ਨੇ, ਅਸਲ 'ਚ ਗੁਰਬਾਣੀ ਦੇ ਅੰਦਰਲੇ ਤੱਤ ਵੱਲ ਤਾਂ ਸਾਡਾ ਧਿਆਨ ਹੀ ਨਹੀਂ ਜਾਂਦਾ ਵੀ ਗੁਰਬਾਣੀ ਦੇ ਅੰਦਰ ਗਿਆਨ ਜਿਹੜਾ ਅੰਦਰ ਛੁਪਿਆ ਹੋਇਆ, ਗੁਰਬਾਣੀ ਦੇ ਅੰਦਰ ਤਾਂ ਹੀਰੇ ਮੋਤੀ ਜਵਾਹਰਾਤ ਹਨ। ਅਸੀਂ ਤਾਂ ਸਿੱਪੇ ਕੌਡੀਆਂ ਚੁੱਕਣ ਦੀ ਗੱਲ ਹੀ ਕਰੀ ਜਾਂਦੇ ਆ। ਉਹ ਸਾਡੀ ਦੋ ਹੀ ਗੱਲ ਹੋ ਗਈ। ਸ਼ੁੱਧ ਬਾਣੀ ਪੜ੍ਹਦਾ ਸੀ ਭਾਈ ਗੋਪਾਲਾ ਕਿ ਗੁਰੂ ਸਾਹਿਬ ਉਹਨੂੰ ਸਿੰਘਾਸਨ ਦੇਣ ਲਈ ਤਿਆਰ ਆ, ਉਹ ਘੋੜੇ ਤੇ ਆ ਕੇ ਖੜਾ ਹੋ ਗਿਆ। ਪਰ ਅਸੀਂ ਉਹ ਤਾਂ ਫਿਰ ਉਹਨੇ ਘੋੜਾ ਮੰਗ ਲਿਆ, ਅਸੀਂ ਤਾਂ ਘੋੜਾ ਵੀ ਨਹੀਂ ਮੰਗਦੇ। ਅਸੀਂ ਤਾਂ ਗੁਪਤੀ ਬਾਣੀ ਦੀ ਗੱਲ ਤੱਕ ਪਹੁੰਚਣਾ ਬੜੀ ਦੂਰ ਦੀ ਗੱਲ ਹੈ। ਤੇ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਸਾਡਾ ਸਾਰਾ ਜੋੜ ਅੱਜ ਪੜ੍ਹਨ ਤੇ ਹੈ, ਗਾਉਣ ਤੇ ਹੈ, ਛੈਣੇ ਖੜਕਾਉਣ ਤੇ ਹੈ, ਰਾਤਾਂ ਦੀਆਂ ਸਾਰੀ ਰਾਤ ਕੀਰਤਨ ਕਰਨ ਤੇ ਹੈ। ਮੈਂ ਨਹੀਂ ਕਿਹਾ ਨਹੀਂ ਕਰਨਾ ਚਾਹੀਦਾ, ਕਰਨਾ ਚਾਹੀਦਾ ਜੇ ਉਹਦੇ ਵਿੱਚੋਂ ਗਿਆਨ ਪ੍ਰਗਟ ਹੋਵੇ ਤਾਂ ਪੜ੍ਹਨਾ ਚਾਹੀਦਾ, ਜੇ ਉਹ 'ਚੋਂ ਗਿਆਨ ਪ੍ਰਗਟ ਹੋਵੇ ਤਾਂ। ਦੇਖੋ ਗੁਰੂ ਸਾਹਿਬ ਜੀ ਜਿਹੜੀ ਗੱਲ ਕਹਿੰਦੇ ਆ, ਸਾਰੀ ਰਾਤ ਅਸੀਂ ਗਾਈ ਜਾਂਦੇ ਹਾਂ, ਸਾਰੀ ਰਾਤ ਬੈਠੇ ਰਹਿੰਦੇ, ਸਮਾਧੀਆਂ ਲਾਈ ਜਾਂਦੇ ਹਾਂ, ਪਰ ਜਦੋਂ ਗੁਰਬਾਣੀ ਦੇ ਗਿਆਨ ਤੱਕ ਪਹੁੰਚਦੀ ਹੈ ਉਦੋਂ ਫਿਰ ਰੱਬ ਦੀ ਪਛਾਣ ਹੁੰਦੀ ਹੈ। ਜਦੋਂ ਗੁਪਤੀ ਬਾਣੀ ਜਦ ਤੱਕ ਪ੍ਰਗਟ ਨਹੀਂ ਹੋਈ ਉਦੋਂ ਤੱਕ ਉਹਦਾ ਰੱਬ ਦੀ ਪਛਾਣ ਵੀ ਨਹੀਂ ਹੋਣੀ, ਭਾਵੇਂ ਸਾਰੀ ਉਮਰ ਪੜ੍ਹੀ ਚੱਲੀਏ। ਅਗਲੀਆਂ ਪੌੜੀਆਂ 'ਚ ਇਹਦਾ ਜ਼ਿਕਰ ਵੀ ਆ ਜਾਏਗਾ। ਗੁਰੂ ਪਾਤਸ਼ਾਹ ਨੇ ਇਹਨਾਂ ਦਾ ਜ਼ਿਕਰ ਵੀ ਅੱਗੇ ਕੀਤਾ, ਪੜ੍ਹਨ ਦੀ ਗੱਲ ਵੀ ਕੀਤੀ ਅੱਗੇ। ਹੁਣ ਇੱਥੇ ਸੀ ਗੁਪਤੀ ਬਾਣੀ ਦੀ ਗੱਲ, ਵੀ ਗੁਪਤੀ ਬਾਣੀ ਪ੍ਰਗਟ ਹੋ ਗਈ। ਜਦੋਂ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ, ਰੱਬ ਦੀ ਪਛਾਣ ਹੋ ਜਾਂਦੀ ਹੈ, ਮਨ ਵਾਹਿਗੁਰੂ ਦੇ ਨਾਮ ਰਸ ਨਾਲ ਭਿੱਜ ਜਾਂਦਾ ਹੈ। ਕਦੀ ਭਿੱਜਿਆ? ਰਸ ਆਇਆ ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ ਆਨੰਦ ਲਿਆ, ਕਦੀ ਰਸ ਅੰਦਰ ਬਣਿਆ? ਜੇ ਨਹੀਂ ਬਣਿਆ ਤਾਂ ਇਹਦਾ ਮਤਲਬ ਅਸੀਂ ਬਾਣੀ ਤੱਕ ਤਾਂ ਹਾਂ, ਗੁਪਤੀ ਬਾਣੀ ਤੱਕ ਨਹੀਂ ਪਹੁੰਚੇ। ਜਿਹੜੀ ਗੁਪਤੀ ਬਾਣੀ ਸੀ ਗਿਆਨ ਦੀ ਗੱਲ, ਉਹ ਸਾਡੇ ਅੰਦਰ ਨਹੀਂ ਆਈ। ਬਾਹਰ ਭਟਕਣ ਦੀ ਥਾਂ ਮਨ ਅਸਲੀ ਸਰੂਪ ਪਰਮੇਸ਼ਰ 'ਚ ਟਿਕ ਜਾਂਦਾ, ਫਿਰ ਅਸਲ ਸਰੂਪ ਵੀ ਟਿਕ ਜਾਂਦਾ ਹੈ, ਉਹਦਾ ਪਰਮੇਸ਼ਰ ਟਿਕਿਆ ਰਹਿੰਦਾ ਹੈ, ਹਿਰਦੇ 'ਚ ਆਨੰਦ ਬਣਿਆ ਰਹਿੰਦਾ ਹੈ। ਜਿਵੇਂ ਬਾਹਰਲਾ ਕੀਰਤਨ ਹੁਣ ਅੰਦਰ ਹੋ ਰਿਹਾ ਹੋਵੇ, ਹੁਣ ਬਾਹਰਲਾ ਕੀਰਤਨ ਅੰਦਰ ਹੋ ਰਿਹਾ ਹੋਵੇ, ਬਾਹਰਲੀ ਬਾਣੀ ਅੰਦਰ ਚੱਲ ਰਹੀ ਹੋਵੇ, ਇਹ ਹੈ ਗੁਪਤੀ ਬਾਣੀ। ਬਾਹਰਲੀ ਕੀਰਤਨ ਅੰਦਰ ਸੁਣੇ, ਅੰਦਰ ਬਾਹਰਲੀ ਪੜ੍ਹੀ ਹੋਈ ਬਾਣੀ ਅੰਦਰ ਸੁਣੇ, ਇਹ ਸਾਨੂੰ ਹੋਵੇ। ਇਉਂ ਪ੍ਰਤੀਤ ਹੁੰਦਾ ਜਿਵੇਂ ਚਸ਼ਮੇ ਦਾ ਪਾਣੀ ਦੀ ਧਾਰ ਲਗਾਤਾਰ ਹੀ ਚਲਦੀ ਵਗਦੀ ਰਹਿੰਦੀ ਹੈ, ਅੰਦਰ ਵਾਹਿਗੁਰੂ ਦੇ ਬਾਣੀ ਦਾ ਆਨੰਦ ਏਦਾਂ ਬਣਿਆ ਰਹਿੰਦਾ ਜਿਵੇਂ ਚਸ਼ਮੇ ਦੀਆਂ ਧਾਰਾਂ ਚੱਲਦੀਆਂ ਹਨ। ਸਤਿਗੁਰੂ ਦਾ ਬਚਨ ਆਉਂਦਾ ਕਾਨੜਾ ਰਾਗ ਵਿੱਚ, ਗੁਰੂ ਰਾਮਦਾਸ ਮਹਾਰਾਜ ਦਾ, ਕਹਿੰਦੇ ਨੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਕਿਆ ਕਮਾਲ ਦੇ ਬੋਲ ਗੁਰੂ ਰਾਮਦਾਸ ਪਾਤਸ਼ਾਹ ਲਿਖਦੇ ਆ। ਦਰਵਿਆ ਨਾ, ਇਹ ਹੈ ਗੁਪਤੀ ਬਾਣੀ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਪੂਰੀ ਤਰ੍ਹਾਂ ਮਨ ਭੀਨਾ ਨਿਜ ਕਰ ਆਵੇ ਗੋ, ਭਿੱਜ ਗਿਆ ਉਸ ਚਸ਼ਮੇ ਦੇ ਪਾਣੀ ਦੇ ਨਾਲ ਜਿਹੜਾ ਲਗਾਤਾਰ ਵਗ ਰਿਹਾ ਸੀ। ਤਾਂ ਅਨਹਦ ਧੁਨੀ ਵਾਜੇ ਨਿਤ ਬਾਜੇ, ਨਿਚਰ ਧਾਰ ਚੁਆਵੇ ਗੋ। ਚਸ਼ਮੇ ਦੀ ਧਾਰ ਵਾਂਗੂ ਲਗਾਤਾਰ ਚੱਲਦੀ ਹੈ, ਹੁਣ ਉਹ ਤਾਂ ਆਨੰਦ ਕਦੀ ਟੁੱਟਦਾ ਹੀ ਨਹੀਂ। ਇਹ ਹੈ ਲਗਾਤਾਰ ਅਨਾਹਤ ਸ਼ਬਦ। ਜੋ ਜੋਗੀਆਂ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਗੁਪਤੀ ਬਾਣੀ ਪ੍ਰਗਟ ਹੋਏ ਤਾਂ ਸਤਿਗੁਰੂ ਕਹਿੰਦੇ ਨਾਨਕ ਪਰਖ ਲੈ ਸੱਚ ਸੋਏ। ਗੁਰੂ ਪਾਤਸ਼ਾਹ ਜੀ ਹੁਣ ਇੱਥੇ ਗੱਲ ਸਮਝਾਉਂਦੇ, ਬਈ ਦੇਖੋ ਹੁਣ ਗੱਲ ਸਮਝ ਆ ਗਈ, ਗੁਪਤੀ ਬਾਣੀ ਪ੍ਰਗਟ ਹੋ ਗਈ, ਅੰਦਰ ਗਿਆਨ ਦੇ ਚਸ਼ਮੇ ਚੱਲ ਪਏ, ਭੰਡਾਰ ਗਿਆਨ ਦੇ ਚੱਲ ਪਏ, ਤਾਂ ਹੁਣ ਹੋਏਗਾ ਕੀ? ਤਾਂ ਸਤਿਗੁਰੂ ਕਹਿੰਦੇ ਉਸ ਮਨੁੱਖ ਸੱਚੇ ਪ੍ਰਭੂ ਦੇ ਨਾਮ ਰੂਪੀ ਸੌਦੇ ਦੀ ਕਦਰ ਨੂੰ ਸਮਝ ਲੈਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰਾ ਸੱਚਾ ਸੌਦਾ ਕੇਵਲ ਪਰਮੇਸ਼ਰ ਦਾ ਨਾਮ ਹੈ, ਸੱਚਾ ਸੌਦਾ ਕੇਵਲ ਉਹਦੀ ਯਾਦ ਹੈ, ਬਾਕੀ ਸਭ ਕੂੜੇ ਹਨ। ਇਹ ਗੱਲ ਉਹ ਆਪਣੇ ਆਪ ਨੂੰ ਸਮਝਾਉਂਦਾ, ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ, ਗੁਰਮਤੀ ਹਰ ਨਾਮ ਵੰਜੀਏ ਅਤਮੋਲ ਅਫਾਰਾ ਰਾਮ। ਤਾਂ ਸਪਸ਼ਟ ਹੋ ਗਈ ਗੱਲ ਕਿ ਸਮਾਧੀ ਅਫੋਰ ਨਹੀਂ, ਸਮਾਧੀ ਅਫੋਰ ਨਹੀਂ ਜਿਹੜੇ ਸਿੱਧ ਲਾਉਂਦੇ ਸੀ। ਗੁਰੂ ਸਾਹਿਬ ਜੀ ਨੂੰ ਸਮਝਾਇਆ ਕਿ ਸਮਾਧੀ ਅਫੋਰ ਨਹੀਂ, ਉਸ ਵਿੱਚ ਲੀਨ ਹੋਣਾ ਹੀ ਹੋਰ ਅਵਸਥਾ ਹੈ। ਇਹਦੇ ਵਿੱਚ ਪਰਮੇਸ਼ਰ ਵਿੱਚ ਲੀਨ ਹੋਣਾ ਹੋਰ ਅਵਸਥਾ ਹੈ। ਹੁਣ ਤੁਹਾਡੀਆਂ ਸਮਾਧੀਆਂ ਜਿਹੜੀਆਂ ਹਨ ਉਹ ਹੋਰ ਅਵਸਥਾ ਤੱਕ ਨਹੀਂ ਲੈ ਕੇ ਜਾਣਗੀਆਂ, ਸਗੋਂ ਪਰਮੇਸ਼ਰ ਵਿੱਚ ਲੀਨ ਹੋਣਾ ਹੋਰ ਅਵਸਥਾ ਹੈ। ਅਮਲੀ ਜੀਵਨ ਜਿਉਣ ਨਾਲ ਹੀ ਇਹ ਅਨਹਦ ਸ਼ਬਦ ਤੇ ਸੁਣ ਅਵਸਥਾ ਦੀ ਸੋਝੀ ਪੈਂਦੀ ਹੈ, ਪ੍ਰੈਕਟੀਕਲ ਲਾਈਫ ਦੇ ਨਾਲ, ਅਮਲੀ ਜੀਵਨ ਦੇ ਨਾਲ, ਗੱਲਾਂ ਨਾਲ ਨਹੀਂ। ਅਸੀਂ ਸਾਰੇ ਗੱਲਾਂ ਵਾਲੇ ਹਾਂ, ਅਸੀਂ ਵੀ ਗੱਲਾਂ ਸੁਣਾਉਣ ਵਾਲੇ ਹਾਂ, ਗੱਲਾਂ ਸੁਣਾ ਕੇ ਅਸੀਂ ਵੀ ਤੁਰ ਜਾਣਾ।
ਪ੍ਰੈਕਟੀਕਲੀ ਜਦ ਤੱਕ ਅਸੀਂ ਆਪਣੇ ਜੀਵਨ 'ਚ ਲਾਗੂ ਨਹੀਂ ਕਰਦੇ, ਅਸੀਂ ਵੀ ਉੱਥੇ ਹੀ ਖੜੇ ਹਾਂ। ਸਾਡੇ ਅੰਦਰ ਵੀ 9 ਮੋਰੀਆਂ ਉੱਦਾਂ ਹੀ ਖੁੱਲੀਆਂ ਹੋਈਆਂ, ਅਸੀਂ ਬੇੜੀਆਂ ਦੇ ਛੇਕ ਬੰਦ ਨਹੀਂ ਕੀਤੇ। ਸੁਣਾਉਣ ਵਾਲੇ ਵੀ ਇਹੋ ਜਿਹੇ ਹਨ, ਸੁਣਨ ਵਾਲੇ ਵੀ ਇਹੋ ਜਿਹੇ ਹਨ। ਅੱਜ ਹਾਲਾਤ ਸਾਡੀ ਕੁਛ ਇੱਦਾਂ ਦੀ ਬਣੀ ਹੋਈ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਕਥਨੀ ਦਾ ਮਾਰਗ ਨਹੀਂ, ਕਰਨੀ ਦਾ ਮਾਰਗ ਹੈ। ਸੁਖਮਣੀ ਦੀ ਬਾਣੀ 'ਚ ਗੁਰੂ ਅਰਜਨ ਸਾਹਿਬ ਕਹਿੰਦੇ ਜੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਦ ਅਨਹਤ ਨਾਦ, ਕਹਿ न ਜਾਈ ਆਚਾਰਜ ਵਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਸਤਿਗੁਰੂ ਰਹਿਮਤ ਕਰਨ, ਇਹ ਹੋਰ ਅਵਸਥਾ ਤੱਕ ਅਸੀਂ ਵੀ ਉਸ ਸ਼ਬਦ ਦੇ ਨਾਲ ਪਹੁੰਚ ਜਾਈਏ, ਸ਼ਬਦ ਨਾਲ ਪ੍ਰੀਤ ਕਰੀਏ ਤੇ ਸ਼ਬਦ ਸਾਡੇ ਅੰਦਰ ਨੂੰ ਬਿੰਨ ਦੇਵੇ, ਅੰਦਰ ਨੂੰ ਉਹ 9 ਦਰਵਾਜ਼ਿਆਂ ਨੂੰ ਕਾਬੂ ਕਰਕੇ 10ਵੇਂ ਤੱਕ ਪਹੁੰਚਾਵੇ। ਲਗਾਤਾਰ ਇੱਕ ਰਸ ਚਸ਼ਮੇ ਦੇ ਪਾਣੀ ਵਾਂਗੂ ਚੱਲ ਰਹੇ ਝਰਨੇ ਆਨੰਦ ਦਾ ਅਸੀਂ ਆਨੰਦ ਮਾਣਦੇ ਰਹੀਏ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।